ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਜੋ ਤਿਸ ਭਾਵੈ ਨਾਨਕਾ, ਜੋ ਤਿਸ ਭਾਵੈ ਨਾਨਕਾ। ਸਾਈ ਗੱਲ ਚੰਗੀ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਤਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨ ਕਿਨਹੀ ਲਹੀਐ, ਕੋਟ ਪਰਾਧ ਹਮਾਰੇ ਖੰਡੋ। ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ। ਤੁਮ ਆਪਨ ਬਿਰਦ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ। ਨਾਨਕ ਕਰ ਕੇ ਗੋਲੇ, ਰਾਖੋ ਰਾਖਣ ਹਾਰ ਦਿਆਲਾ। ਨਾਨਕ ਕਰ ਕੇ ਗੋਲੇ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨ ਸਕੂੰ। ਤੂੰ ਠਾਕੁਰ ਊਚ ਭਗਵਾਨਾ, ਤੁਮਰੀ ਮਹਿਮਾ ਬਰਨ ਨ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਜੁਗੋ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਭਗਤ ਵਚਲ ਪਤਿਤ ਪਾਵਨ ਕਰੁਣਾ ਨਿਧਾਨ ਉਪਮਾ ਮਹਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਰਾਤਰੀ ਵੇਲੇ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਨਮਾਨ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ, ਗੁਰੂ ਮਹਾਰਾਜ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ ਹਨ। ਸਾਨੂੰ ਆਪਣੀ ਪਾਵਨ ਪਵਿੱਤਰ ਗੋਦ ਦੀ ਦਾਤ, ਹਜ਼ੂਰੀ ਦੀ ਦਾਤ, ਚਰਨ ਸ਼ਰਨ ਦੀ ਦਾਤ ਬਖਸ਼ਿਸ਼ ਕੀਤੀ ਹੈ ਔਰ ਇਹਨਾਂ ਸੁਭਾਗ ਘੜੀਆਂ ਨੂੰ ਸਫਲ ਬਣਾਉਂਦੇ ਹੋਏ ਗੁਰੂ ਘਰ ਦੇ ਸਾਜੇ ਨਿਵਾਜੇ ਕੀਰਤਨੀਆਂ ਪਾਸੋਂ ਪਾਵਨ ਪਵਿੱਤਰ ਬਾਣੀ ਦੇ ਸ਼ਬਦ ਕੀਰਤਨ ਪਿਆਰ ਔਰ ਸਤਿਕਾਰ ਸਹਿਤ ਆਪ ਜੀ ਨੇ ਨੇਤਾ ਪ੍ਰਤੀ ਦੀ ਤਰ੍ਹਾਂ ਸ਼ਰਵਣ ਕੀਤੇ ਹਨ। ਕੀਰਤਨ ਦਾ ਲਾਹਾ ਲਿਆ ਹੈ, ਆਨੰਦ ਮਾਣਿਆ ਹੈ। ਕੀਰਤਨ ਤੋਂ ਉਪਰੰਤ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ।
ਭਗਤ ਕਬੀਰ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਪਾਵਨ ਔਰ ਪਵਿੱਤਰ ਬਚਨਾਂ ਦੀ ਵਿਚਾਰ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਅਦਬ ਔਰ ਪਿਆਰ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਸ਼ਲੋਕਾਂ ਚੋਂ 141 ਨੰਬਰ ਸ਼ਲੋਕ ਤੱਕ ਦੀ ਵਿਚਾਰ ਆਪ ਜੀ ਨੇ ਪਿਛਲੀਆਂ ਦੀਵਾਨਾਂ 'ਚ ਲਗਾਤਾਰ ਸ਼ਰਵਣ ਕੀਤੀ ਹੈ ਔਰ ਇਸ ਤੋਂ ਅਗਲੇਰੇ ਬਚਨਾਂ ਦੀ ਵਿਚਾਰ ਮਿੱਥੇ ਹੋਏ ਸਮੇਂ ਮੁਤਾਬਕ ਅੱਜ ਆਪਾਂ ਸਾਂਝੀ ਕਰਾਂਗੇ। ਪਿਛਲੇ ਕੁਝ ਸ਼ਲੋਕਾਂ ਦੇ ਰਾਹੀਂ ਜੋ ਵਿਚਾਰ ਭਗਤ ਜੀ ਸਾਨੂੰ ਸਮਝਾ ਰਹੇ ਨੇ ਕਿ ਇਹ ਜਿਹੜਾ ਮਨੁੱਖਾ ਜੀਵਨ ਹੈ, ਇਹ ਜੀਵਨ ਦੇ ਸਵਾਸ ਗਿਣੇ ਮਿਣੇ ਹੋਏ ਸਵਾਸ ਹਨ। ਇਸ ਕਰਕੇ ਆਲਸ ਨਹੀਂ ਕਰਨਾ, ਢਿੱਲ ਨਹੀਂ ਵਰਤਾਉਣੀ, ਅੱਜ ਦਾ ਕੰਮ ਕੱਲ੍ਹ 'ਤੇ ਨਹੀਂ ਛੱਡਣਾ। ਜੋ ਮਨੁੱਖਾ ਜੀਵਨ ਦਾ ਮੁੱਢਲਾ ਕਾਰਜ ਹੈ, ਮੁੱਖ ਮਨੋਰਥ ਹੈ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਅਵਰ ਕਾਜ ਤੇਰੇ ਕਿਤੇ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਮਹਾਰਾਜ ਕਹਿੰਦੇ ਇਸ ਜੀਵਨ ਦੇ ਕਾਜ ਪ੍ਰਤੀ ਤੂੰ ਸੁਚੇਤ ਹੋ। ਐਸਾ ਨਾ ਹੋਵੇ ਤੂੰ ਕੱਲ ਟਾਲਦਾ ਰਵੇਂ ਤੇ ਜ਼ਿੰਦਗੀ ਤੇ ਗੁਜ਼ਰ ਜਾਏ। ਪਰ ਜਿਸ ਕਾਰਜ ਨੂੰ ਕਰਨ ਦੇ ਲਈ ਤੂੰ ਸੰਸਾਰ ਅੰਦਰ ਆਇਆ ਹੈ, ਉਹ ਕਾਰਜ ਤੂੰ ਕਰ ਹੀ ਨਾ ਸਕੇ, ਕਾਰਜ ਰਹਿ ਜਾਏ ਅਧੂਰਾ। ਤੇ ਜੇ ਅਧੂਰਾ ਕਾਰਜ ਰਹਿ ਗਿਆ ਫਿਰ ਤੂੰ ਪੂਰੇ ਦੇ ਘਰ ਪ੍ਰਵਾਨ ਨਹੀਂ ਪੈ ਸਕਦਾ ਹੈ, ਕਿਉਂਕਿ ਪੂਰੇ ਦੇ ਘਰ ਉਹ ਪ੍ਰਵਾਨ ਪੈਂਦੇ ਨੇ ਜਿਨ੍ਹਾਂ ਨੇ ਜੀਵਨ ਦੇ ਕਾਰਜ ਨੂੰ ਪੂਰਾ ਕਰ ਲਿਆ ਹੈ, ਉਹ ਪ੍ਰਵਾਨ ਪੈਂਦੇ ਹਨ। ਹੁਣ ਅੱਗੇ ਕਬੀਰ ਸਾਹਿਬ ਕਹਿੰਦੇ ਕੀ ਹੁੰਦਾ ਹੈ, ਸੰਸਾਰ ਅੰਦਰ ਮਨੁੱਖ ਆਇਆ, ਇੱਥੇ ਆ ਕੇ ਬਹੁ ਰੂਪਾਂ 'ਚ ਇਹਨੂੰ ਮਾਇਆ ਵਿਆਪਦੀ ਹੈ। ਇਹ ਫਿਰ ਉਸ ਮਾਇਆ 'ਚ ਅਟਕ ਜਾਂਦਾ ਹੈ ਤੇ ਬਹੁਤਾਤ ਵੇਖਣ 'ਚ ਇਹੀ ਹੁੰਦਾ ਹੈ ਕਿ ਮਨੁੱਖ ਜੀਵਨ ਦੇ ਕਾਰਜ ਵਾਲੇ ਪਾਸਿਓਂ ਅਵੇਸਲਾ ਹੈ। ਬਾਕੀ ਹੋਰ ਦੁਨੀਆਦਾਰੀ, ਧੰਦੇ, ਪਰਿਵਾਰ, ਸੰਸਾਰ, ਇਹਨਾਂ ਕਾਰਜਾਂ ਦੇ ਵਿੱਚ ਜੀਵ ਲਗਾਤਾਰ ਰੁੱਝਿਆ ਰਹਿੰਦਾ ਹੈ। ਕਬੀਰ ਸਾਹਿਬ ਇਹੀ ਵਿਚਾਰ 142 ਨੰਬਰ ਸ਼ਲੋਕ 'ਚ ਸਾਨੂੰ ਸਮਝਾ ਰਹੇ ਨੇ। ਕਹਿੰਦੇ ਕਬੀਰ ਗਹਿਗਚ ਪਰਿਓ ਕੁਟੰਬ ਕੈ, ਕਾਂਠੈ ਰਹਿ ਗਿਓ ਰਾਮ। ਪਰਿਵਾਰ ਦੇ ਝਮੇਲਿਆਂ 'ਚ ਫਸ ਗਿਆ, ਇੱਥੇ ਆਇਆ ਔਰ ਇਹ ਝਮੇਲੇ ਜਿਵੇਂ ਜੀਵ ਦਾ ਸੰਸਾਰ 'ਚ ਜਨਮ ਹੁੰਦਾ ਹੈ, ਘਰ ਪਰਿਵਾਰ ਸੰਸਾਰ ਦਾ ਮਾਇਆਵੀ ਪ੍ਰਭਾਵ ਤੁਰੰਤ ਉਸੇ ਵਕਤ ਜੀਵ 'ਤੇ ਆਣ ਬਣਦਾ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਬਾਣੀ 'ਚ ਉਹ ਪੱਖ ਸਾਡੇ ਸਾਹਮਣੇ ਰੱਖਿਆ। ਕਹਿੰਦੇ ਇੱਕ ਹੈ ਜੀਵ ਦੇ ਜੀਵਨ ਦਾ ਉਹ ਪਹਿਲਾ ਪੈਰ, ਜਦੋਂ ਇਹਦੀ ਮਾਂ ਦੇ ਉਦਰ ਅੰਦਰ ਉਤਪਤੀ ਹੋਈ ਹੈ। ਪਹਿਲੇ ਪੈਰੇ ਰੈਣ ਕੈ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ। ਉਰਦ ਅੰਤਰ ਤਪ ਕਰੈ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਖਾਣੈ, ਉਰਦ ਧਿਆਨ ਲਿਵ ਲਾਗਾ। ਮਾਤਾ ਦੇ ਉਦਰ ਅੰਦਰ ਜੀਵ ਹੈ। ਅਕਾਲ ਪੁਰਖ ਵਾਹਿਗੁਰੂ ਦੇ ਧਿਆਨ ਦੇ ਵਿੱਚ ਸੁਰਤ ਜੁੜੀ ਹੋਈ ਹੈ, ਕਿਉਂਕਿ ਅਜੇ ਮਾਇਆਵੀ ਸੰਸਾਰ ਨਹੀਂ ਵੇਖਿਆ ਹੈ। ਔਰ ਮਾਤ ਗਰਭ ਮੈਂ ਆਪਨ ਸਿਮਰਨ ਦੇ, ਤੈਂ ਤੁਮ ਰਾਖਣ ਹਾਰੇ। ਉਥੇ ਜੀਵ ਦੀ ਰੱਖਿਆ ਵਾਹਿਗੁਰੂ ਆਪ ਕਰ ਰਿਹਾ ਹੈ ਆਪਣੇ ਸਿਮਰਨ, ਆਪਣੇ ਨਾਮ ਦੀ ਦਾਤ ਸਦਕਾ। ਹੁਣ ਉੱਥੋਂ ਜਦੋਂ ਅਗਲੇ ਸਟੈਪ, ਅਗਲੇ ਪੜਾਅ 'ਚ ਸੰਸਾਰ 'ਚ ਜੀਵ ਦਾ ਜਨਮ ਹੋਇਆ, ਵਿੱਚੋਂ ਗਰਭੈ ਨਿਕਲ ਆਇਆ ਖਸਮ ਵਿਸਾਰ, ਦੁਨੀ ਚਿੱਤ ਲਾਇਆ। ਪਰਮਾਤਮਾ ਭੁੱਲ ਗਿਆ। ਸੰਸਾਰ ਦਾ ਮਾਇਆ ਦਾ ਪ੍ਰਭਾਵ ਇਸ ਜੀਵ 'ਤੇ ਬਣਿਆ ਔਰ ਉਹ ਫਿਰ ਮਾਇਆ ਦੇ ਜਿਹੜੇ ਵੱਖਰੇ ਵੱਖਰੇ ਪੜਾਅ ਹਨ,
ਜਿਵੇਂ ਜਿਵੇਂ ਜੀਵਨ ਦਾ ਪੈਂਡਾ ਸਫ਼ਰ ਚੱਲਦਾ ਹੈ ਤੇ ਸੰਸਾਰ ਦੀ ਪਕੜ, ਸੰਸਾਰ ਦੇ ਪਦਾਰਥਾਂ ਦੀ ਪਕੜ, ਤੇ ਉਹਨਾਂ ਦੇ ਵਿੱਚ ਹੀ ਜੀਵ ਲਗਾਤਾਰ ਅਟਕਿਆ ਰਹਿੰਦਾ, ਉਲਝਿਆ ਰਹਿੰਦਾ, ਫਸਿਆ ਰਹਿੰਦਾ ਹੈ। ਉਹ ਵੀ ਸਤਿਗੁਰੂ ਨੇ ਬਾਣੀ 'ਚ ਸਾਡੇ ਸਾਹਮਣੇ ਸ਼ੀਸ਼ਾ ਦਰਪਣ ਹੈ ਗੁਰੂ ਕੀ ਬਾਣੀ। ਹਰ ਗੱਲ ਸਤਿਗੁਰੂ ਨੇ ਪਾਵਨ ਬਾਣੀ ਦੇ ਰਾਹੀਂ, ਸ਼ਬਦਾਂ ਦੇ ਰਾਹੀਂ ਸਾਡੇ ਸਾਹਮਣੇ ਰੱਖੀ ਹੈ ਕਿ ਇਹ ਵੇਖ ਆਪਣੇ ਆਪ ਨੂੰ। ਮਹਾਰਾਜ ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ, ਜਨਮ ਹੋਇਆ, ਜੀਵਨ ਦਾ ਪੜਾਅ ਜਿਵੇਂ ਅੱਗੇ ਚੱਲਿਆ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁਧ, ਤੀਜਾ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਸਾਂਝ ਕੀਆ ਕਰਵਾਸ। ਇੱਦਾਂ ਮਹਾਰਾਜ ਕਹਿੰਦੇ ਇਹ ਜੀਵ ਦੇ ਜੀਵਨ ਦਾ ਪੜਾਅ ਅੱਗੇ ਅੱਗੇ ਚੱਲੀ ਗਿਆ ਸੰਸਾਰੀ। 10 ਬਾਲ ਤਨ 20 ਰਵਣ, 30 ਕਾ ਸੁੰਦਰ ਕਹਾਵੈ, 40 ਪੁਰ ਹੋਏ, 60 ਕੇ ਬੁਢਾਪਾ ਆਵੈ, 70 ਕਾ ਮਤਹੀਣ ਹੋਏ, 80 ਕਾ ਵਿਵਹਾਰ ਨਾ ਪਾਏ। ਇੱਦਾਂ ਅੱਗੇ ਤੋਂ ਅੱਗੇ ਗੁਰੂ ਮਹਾਰਾਜ ਕਹਿੰਦੇ ਜੀਵਨ ਦਾ ਸਫ਼ਰ ਇਹਦਾ ਚੱਲੀ ਗਿਆ, ਪਰ ਸਾਰਾ ਧਿਆਨ ਕਿੱਧਰ ਸੀ? ਸੰਸਾਰ ਮੁਖੀ। 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਆ, ਮੇਰੀ ਮੇਰੀ ਕਰਤੇ ਜਨਮ ਗਿਆ। ਕਬੀਰ ਸਾਹਿਬ ਕਹਿੰਦੇ ਜੀਵ ਪਰਿਵਾਰ ਦੇ ਗਹਿਗੱਚ ਦੇ ਵਿੱਚ, ਕੁਟੰਬ ਦੇ ਵਿੱਚ ਫਸ ਗਿਆ ਤੇ ਰੱਬ ਦਾ ਨਾਂ ਤਾਂ ਰਹਿ ਗਿਆ ਪਾਸੇ ਹੀ। ਪਰਮਾਤਮਾ ਦੀ ਇਬਾਦਤ ਰਹਿ ਗਈ ਇੱਕ ਪਾਸੇ, ਇਹਨੂੰ ਸੰਸਾਰ ਚੇਤੇ, ਸੰਸਾਰ ਦੀਆਂ ਜ਼ਿੰਮੇਵਾਰੀਆਂ, ਹੋਰ ਕੰਮ ਕਾਰ, ਝਮੇਲੇ ਚੇਤੇ। ਗੁਰੂ ਮਹਾਰਾਜ ਨੇ ਆਪਾਂ ਇਹ ਬਾਣੀ ਦੀ ਵਿਚਾਰ ਕਰਦਿਆਂ ਅਕਸਰ ਇਹ ਪੱਖ ਵਿਚਾਰਦੇ ਹਾਂ। ਗੁਰੂ ਮਹਾਰਾਜ ਨੇ ਸਾਨੂੰ ਪਰਿਵਾਰ ਪ੍ਰਤੀ ਜ਼ਿੰਮੇਵਾਰ ਬਣਾਇਆ ਹੈ। ਸਗਲ ਧਰਮ ਮੈਂ ਗ੍ਰਸਤ ਪ੍ਰਧਾਨ, ਉਹਨਾਂ ਨੇ ਆਪ ਆਪਣੀਆਂ ਜ਼ਿੰਮੇਵਾਰੀਆਂ ਬਖੂਬੀ ਨਿਭਾਈਆਂ ਤੇ ਸਾਨੂੰ ਵੀ ਜ਼ਿੰਮੇਵਾਰ ਬਣ ਕੇ ਗ੍ਰਸਤ ਨਿਭਾਉਣ ਦੀ ਸਿੱਖਿਆ ਦਿੱਤੀ। ਫਿਰ ਸਮਾਜ ਪ੍ਰਤੀ ਵੀ ਅਸੀਂ ਸੁਚੇਤ ਤੇ ਜ਼ਿੰਮੇਵਾਰ ਹੋਣਾ। ਕੁਝ ਜ਼ਿੰਮੇਵਾਰੀਆਂ ਸਾਡੀਆਂ ਪਰਿਵਾਰ ਪ੍ਰਤੀ ਨੇ, ਕੁਝ ਸਾਡੀਆਂ ਸਮਾਜ ਪ੍ਰਤੀ ਹਨ। ਅਸੀਂ ਸਮਾਜ ਪ੍ਰਤੀ ਵੀ ਜੋ ਸਾਡੀਆਂ ਜ਼ਿੰਮੇਵਾਰੀਆਂ ਹਨ ਉਹਨਾਂ ਪ੍ਰਤੀ ਸੁਚੇਤ ਹੋਣਾ ਹੈ। ਵਿਅਕਤੀਆਂ ਦੇ ਸਮੂਹ ਦੇ ਨਾਲ ਪਰਿਵਾਰ ਬਣਦਾ ਹੈ ਔਰ ਪਰਿਵਾਰਾਂ ਦੇ ਸਮੂਹ ਦੇ ਨਾਲ ਹੀ ਸਮਾਜ ਬਣਦਾ ਹੈ। ਤੇ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਇੱਕ ਚੰਗੇ ਸਮਾਜ ਦੇ ਵਿੱਚ ਰਹੀਏ, ਸਾਡਾ ਸਮਾਜ ਬਹੁਤ ਚੰਗਾ ਹੋਵੇ, ਜਿਹੜੀ ਸੁਸਾਇਟੀ 'ਚ ਅਸੀਂ ਰਹਿੰਦੇ ਹਾਂ, ਤੇ ਉਹਦੀ ਸ਼ੁਰੂਆਤ ਸਾਨੂੰ ਖੁਦ ਆਪਣੇ ਆਪ ਤੋਂ ਕਰਨੀ ਪੈਂਦੀ ਹੈ, ਆਪਣੇ ਆਪ ਤੋਂ ਕਰਨੀ ਪਵੇਗੀ। ਇਹ ਨਹੀਂ ਅਸੀਂ ਕਹੀਏ ਦੂਜੇ ਸੁਧਰ ਹੀ ਜਾਣ, ਸੁਧਰਨ, ਅਸੀਂ ਉੱਦਾਂ ਦੇ ਉੱਦਾਂ ਹੀ ਰਹੀਏ। ਪ੍ਰਥਮ ਆਪਣੇ ਆਪ ਤੋਂ ਸ਼ੁਰੂਆਤ। ਬਾਣੀ ਨੇ ਇਸੇ ਕਰਕੇ ਕਿਹਾ ਆਪਣੇ ਆਪ ਨੂੰ ਸਵਾਰ। ਜੇ ਤੂੰ ਆਪਣੇ ਆਪ ਨੂੰ ਸਵਾਰ ਲਿਆ, ਸਮਝ ਤੇਰੇ ਲਈ ਸਾਰਾ ਸੰਸਾਰ ਸਵਰ ਗਿਆ। ਤੇ ਫਿਰ ਰੱਬ ਵੀ ਤੇਰੇ ਤੋਂ ਦੂਰ ਨਹੀਂ ਹੈ। ਜਿਹੜਾ ਸਵਰਿਆ ਹੈ ਪਰਮਾਤਮਾ ਅਕਾਲ ਪੁਰਖ ਉਹਦੇ ਨਾਲ ਹੈ। ਬਾਬਾ ਫਰੀਦ ਜੀ ਕਹਿੰਦੇ ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ। ਹੁਣ ਵੇਖੋ ਇੱਕ ਮੈਂ ਦੀ ਗੱਲ ਬਾਣੀ 'ਚ ਉਹ ਕੀਤੀ ਗਈ ਹੈ, ਜਿਹੜੀ ਮੈਂ ਨੂੰ ਗੁਰੂ ਕਹਿੰਦੇ ਜਿਹਦੇ ਅੰਦਰ ਉਹ ਮੈਂ ਹੈ, ਉਹ ਬੰਦਾ ਦੁਖੀ ਹੈ, ਹਉਮੈ, ਹੰਕਾਰ। ਪਰ ਇੱਕ ਉਹ ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਮਿਲਿਆ ਸੁਖ ਹੋਏ, ਜਿਹਨੂੰ ਉਹ ਅਕਾਲ ਪੁਰਖ ਮਿਲ ਗਿਆ, ਜਿਹੜਾ ਉਹ ਮੇਰ ਤੇਰ ਵਾਲੀ ਬਿਰਤੀ ਖਤਮ ਹੋ ਗਈ, ਅੰਦਰ ਬਾਹਰ ਇੱਕ ਅਕਾਲ ਪੁਰਖ ਰੂਪ ਬਣ ਗਿਆ। ਫਿਰ ਉਹ ਜੀਵ ਸੁਖੀ ਹੀ ਸੁਖੀ। ਦੁੱਖ ਜਿੱਥੇ ਪਰਮੇਸ਼ਰ ਹੈ ਉੱਥੇ ਦੁੱਖ ਨਹੀਂ ਹੈ। ਕੱਲ੍ਹ ਵੀ ਆਪਾਂ ਵਿਚਾਰ ਕੀਤੀ ਸੀ ਦੁੱਖ ਦਾ ਮੂਲ ਕਾਰਨ ਕੀ ਹੈ? ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇਰੋ। ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੈ, ਸਭ ਜਗ ਤੇਰਾ ਹੋਏ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਗੁਰੂ ਅੱਗੇ ਆਪਣਾ ਆਪਾ ਸਮਰਪਿਤ ਕਰ ਦਿੱਤਾ, ਪੂਰਾ 100% ਜਿਹੜੇ ਗੁਰੂ ਨੂੰ ਸਮਰਪਿਤ ਹੋ ਗਏ, ਅੱਜ ਉਹਨਾਂ ਦੀ ਵਡਿਆਈ ਨਹੀਂ ਹੈ ਸੰਸਾਰ ਅੰਦਰ। ਧੰਨ ਬਾਬਾ ਬੁੱਢਾ ਸਾਹਿਬ ਪੂਰੀ ਤਰ੍ਹਾਂ ਗੁਰੂ ਨੂੰ ਸਮਰਪਿਤ ਹੋ ਗਏ। ਅੱਜ ਕਿੰਨਾ ਅਦਬ ਬਾਬਾ ਬੁੱਢਾ ਸਾਹਿਬ ਜੀ ਦਾ ਆਪਾਂ ਸਾਰੇ ਕਰਦੇ ਹਾਂ। ਪੂਰੀ ਤਰ੍ਹਾਂ ਸਮਰਪਿਤ ਹੋ ਗਏ ਗੁਰੂ ਨੂੰ। ਧੰਨ ਬਾਬਾ ਦੀਪ ਸਿੰਘ, ਕਿੰਨਾ ਉੱਚਾ ਰੁਤਬਾ ਹੈ, ਪੂਰੀ ਤਰ੍ਹਾਂ ਗੁਰੂ ਨੂੰ ਸਮਰਪਿਤ ਹੋ ਗਏ। ਭਾਈ ਮਨੀ ਸਿੰਘ, ਕਿੰਨਾ ਉੱਚਾ ਰੁਤਬਾ। ਜਿਹੜਾ ਵੀ ਗੁਰੂ ਨੂੰ ਸਮਰਪਿਤ ਹੋ ਗਿਆ
ਫਿਰ ਉਹਦੀ ਸੰਸਾਰ ਅੰਦਰ ਵਡਿਆਈ ਹੈ। ਉਹਨੂੰ ਗੁਰੂ ਆਪਣੇ ਵਰਗਾ ਹੀ ਬਣਾ ਲੈਂਦੇ, ਕੋਈ ਫਰਕ ਨਹੀਂ ਰਹਿੰਦਾ। ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਏ। ਪਰ ਉਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਆਰੰਭ ਆਪੇ ਨੂੰ ਸਵਾਰਨ ਤੋਂ। ਜਦੋਂ ਅਸੀਂ ਆਪਣੇ ਆਪ ਨੂੰ ਸਵਾਰਾਂਗੇ, ਪ੍ਰਥਮ ਸਾਡੇ ਘਰ ਦਾ ਘਰੇਲੂ ਮਾਹੌਲ ਚੰਗਾ ਬਣੇਗਾ। ਜੇ ਸਾਡੇ ਅੰਦਰ ਈਰਖਾ ਹੈ, ਸਾਡੇ ਅੰਦਰ ਕ੍ਰੋਧ ਹੈ, ਜੇ ਸਾਡੀ ਅਹੰਕਾਰੀ ਬਿਰਤੀ ਹੈ, ਲੋਭੀ ਬਿਰਤੀ ਹੈ, ਫਿਰ ਘਰ ਦਾ ਮਾਹੌਲ ਵੀ ਉਸੇ ਤਰ੍ਹਾਂ ਦਾ ਛੋਟੀਆਂ ਛੋਟੀਆਂ ਚੀਜ਼ਾਂ ਦੇ ਸੂਮ ਪੁਣੇ ਕਰਕੇ ਝਗੜਾ ਹੋਏਗਾ। ਛੋਟੀਆਂ ਛੋਟੀਆਂ ਗੱਲਾਂ ਕਰਕੇ ਝਗੜੇ ਬਖੇੜੇ ਹੋਣਗੇ, ਘਰ ਦਾ ਮਾਹੌਲ ਵਿਗੜ ਗਿਆ। ਤੇ ਫਿਰ ਜਿਹੜਾ ਬੰਦਾ ਘਰ ਦੇ ਮਾਹੌਲ ਦੇ ਵਿੱਚ ਦੁਖੀ ਹੈ, ਉਹ ਬਾਹਰ ਵੀ ਜਿੱਥੇ ਜਾਏਗਾ ਦੁੱਖ ਵੰਡੇਗਾ। ਜੇ ਘਰ 'ਚ ਸੁੱਖ ਹੈ, ਗੁਰੂ ਕਹਿੰਦੇ ਘਰ ਸੁਖ ਵਸਿਆ ਬਾਹਰ ਸੁਖ। ਘਰ ਦਾ ਮਤਲਬ ਆਪਣੇ ਆਪ ਤੋਂ ਜੀਵਨ ਦੀ ਸ਼ੁਰੂਆਤ ਹੈ, ਸੰਸਾਰ ਦੀ, ਸਮਾਜ ਦੀ ਸ਼ੁਰੂਆਤ ਹੈ। ਜੇ ਅਸੀਂ ਆਪਣੇ ਆਪ ਨੂੰ ਸਵਾਰਾਂਗੇ, ਫਿਰ ਸਾਡਾ ਪਰਿਵਾਰ ਸਵਰੇਗਾ। ਜੇ ਸਾਡੇ ਪਰਿਵਾਰ ਸਵਰ ਗਏ ਨੇ, ਫਿਰ ਸਾਡਾ ਸਮਾਜ ਸਵਰੇਗਾ। ਤੇ ਸਾਡਾ ਸਮਾਜ ਜੇ ਸਵਰ ਗਿਆ, ਤੇ ਫਿਰ ਇਹ ਧਰਤੀ ਤੋਂ ਵੱਡਾ ਸਵਰਗ ਕੋਈ ਨਹੀਂ ਹੈ, ਕੋਈ ਵੱਡਾ ਸਵਰਗ ਨਹੀਂ ਇਸ ਤੋਂ ਅੱਗੇ। ਇਸ ਕਰਕੇ ਗੁਰੂ ਮਹਾਰਾਜ ਨੇ ਪ੍ਰਥਮ ਸਾਨੂੰ ਜ਼ਿੰਮੇਵਾਰ ਬਣਾਇਆ, ਅਸੀਂ ਆਪਣੇ ਆਪ ਪ੍ਰਤੀ ਜ਼ਿੰਮੇਵਾਰ ਬਣੀਏ। ਸਭ ਤੋਂ ਪਹਿਲੀ ਜ਼ਿੰਮੇਵਾਰੀ ਸਾਡੀ ਆਪਣੇ ਆਪ ਪ੍ਰਤੀ ਹੈ, ਕਿਉਂਕਿ ਇਹ ਜਿਹੜੀ ਕਾਇਆ ਹੈ ਸਾਡੀ, ਇਹ ਕੰਚਨ ਵਰਗੀ ਕਾਇਆ, ਅਮੋਲਕ ਮਨੁੱਖਾ ਜੀਵਨ ਹੈ, ਸਰੀਰ ਹੈ। ਆਪਣੇ ਆਪ ਪ੍ਰਤੀ ਸੁਚੇਤ ਹੋਣ ਦਾ ਭਾਵ ਇਹ ਨਹੀਂ ਕਿ ਕੀਮਤੀ ਕੰਚਨ ਵਰਗੀ ਕਾਇਆ ਮਿਲੀ ਤੇ ਇਹਦੇ 'ਚ ਅਸੀਂ ਬਿਨਾਂ ਮਤਲਬ ਨਸ਼ੇ ਹੀ ਸੁੱਟੀ ਜਾਈਏ, ਇਹਦੇ 'ਚ ਬਿਨਾਂ ਮਤਲਬ ਕਾਮ ਕ੍ਰੋਧ ਅਹੰਕਾਰ ਨੂੰ ਹੀ ਵਾੜ ਕੇ ਬਿਠਾ ਕੇ ਰੱਖ ਲਈਏ। ਇਹਨਾਂ ਵਿਕਾਰਾਂ ਤੋਂ, ਐਬਾਂ ਤੋਂ ਆਪਣੇ ਆਪ ਨੂੰ ਬਚਾਈਏ। ਆਪਣੇ ਪਰਿਵਾਰ ਪ੍ਰਤੀ, ਆਪਣੇ ਸਮਾਜ ਪ੍ਰਤੀ ਸੁਚੇਤ ਹੋਈਏ। ਜੋ ਸਾਡੀਆਂ ਜਿੱਥੇ ਜਿੱਥੇ ਜ਼ਿੰਮੇਵਾਰੀਆਂ ਨੇ, ਉਹਨਾਂ ਜ਼ਿੰਮੇਵਾਰੀਆਂ ਫਰਜ਼ਾਂ ਨੂੰ ਆਪਾਂ ਸਮਝੀਏ। ਪਰ ਇਹਦੇ ਨਾਲ ਸਾਨੂੰ ਜੀਵਨ ਦਾ ਜਿਹੜਾ ਮੁੱਖ ਕਾਰਜ ਹੈ, ਉਹ ਵੀ ਹਮੇਸ਼ਾ ਚੇਤੇ ਰਹਿਣਾ ਚਾਹੀਦਾ ਹੈ ਕਿ ਮੇਰੀ ਜ਼ਿੰਦਗੀ ਦਾ ਕਾਰਜ ਕੀ ਹੈ, ਕਿਸ ਵਖਰ। ਮਹਾਰਾਜ ਕਹਿੰਦੇ ਜਿਸ ਵਖਰ ਕੋ ਲੈਣ ਤੂੰ ਆਇਆ, ਉਹ ਚੀਜ਼ ਤੈਨੂੰ ਚੇਤੇ ਹੋਣੀ ਚਾਹੀਦੀ ਹੈ। ਮੈਂ ਆਇਆ ਕੀ ਕਰਨਾ, ਆਉਣ ਦਾ ਮਨੋਰਥ ਕੀ ਹੈ, ਕਿਉਂ ਇਹ ਜੀਵਨ ਮਾਲਕ ਨੇ ਬਖਸ਼ਿਆ ਹੈ, ਇਹ ਚੀਜ਼ ਚੇਤੇ ਹੋਣੀ ਚਾਹੀਦੀ। ਬਾਕੀ ਜ਼ਿੰਮੇਵਾਰੀਆਂ ਨਿਭਾਉਂਦਿਆਂ ਇਹ ਚੀਜ਼ ਦਾ ਚੇਤਾ, ਜੇ ਇਹ ਚੇਤਾ ਭੁੱਲ ਗਿਆ ਤੇ ਫਿਰ ਸਮਝੋ ਜੀਵਨ ਦੀ ਖੇਡ ਵਿਗੜ ਗਈ। ਔਰ ਇਹ ਇੱਕ ਬੈਲੈਂਸ ਵਾਲਾ ਜੀਵਨ ਬਣਾ ਕੇ ਚੱਲਿਆਂ ਹੀ ਗੱਲ ਬਣਦੀ ਹੈ। ਕਹਿੰਦੇ ਕੋਈ ਮਹਾਤਮਾ ਬਿਰਤੀ ਵਾਲਾ ਸੀ, ਰਾਜਾ ਧਰਮੀ ਬਿਰਤੀ ਵਾਲਾ, ਪਰ ਰਾਜ ਮਹਿਲ ਬੜਾ ਵੱਡਾ, ਬੜਾ ਸੁੰਦਰ। ਫਿਰ ਵੀ ਉਸ ਰਾਜੇ ਬਾਰੇ ਇਹ ਚਾਰੇ ਪਾਸੇ ਚਰਚਾ ਸੀ ਕਿ ਰਾਜਾ ਬੜਾ ਧਰਮਾਤਮਾ ਹੈ, ਬੜਾ ਤਿਆਗੀ ਤੇ ਨਿਰਲੇਪੀ ਬਿਰਤੀ ਵਾਲਾ ਹੈ। ਕਿਸੇ ਨੇ ਤਰਕ ਕੀਤਾ ਕਿ ਜਿਹੜਾ ਰਾਜਾ ਹਰ ਵਕਤ ਰਾਜ ਮਹਿਲਾਂ 'ਚ ਰਹਿਣ ਵਾਲਾ ਸ਼ਾਹੀ ਠਾਠ ਬਾਠ ਹੈ ਜਿਹਦੀ, ਉਹ ਤਿਆਗੀ ਕਿੱਦਾਂ ਹੋ ਸਕਦਾ ਹੈ? ਉਹ ਤੇ ਉਸੇ ਦੇ ਵਿੱਚ ਬਿਰਤੀ ਅਟਕੀ ਹੋਏਗੀ। ਕੋਈ ਚਲਾ ਗਿਆ ਰਾਜੇ ਦੇ ਕੋਲ, ਤੇ ਜਦੋਂ ਉਹਨੇ ਆਪਣਾ ਸ਼ੰਕਾ ਰੱਖਿਆ, ਜੀ ਕਿੱਦਾਂ ਤੁਸੀਂ ਆਪਣੇ ਆਪ ਨੂੰ ਨਿਰਲੇਪ ਰੱਖਦੇ ਹੋ? ਕਹਿਣ ਲੱਗਾ ਜੀਵਨ ਨੂੰ ਇੱਕ ਬੈਲੈਂਸ ਬਣਾ ਕੇ ਚੱਲਣਾ ਪੈਂਦਾ ਹੈ, ਫਿਰ ਬੰਦਾ ਸਾਰਾ ਕੁਝ ਦੇ ਵਿੱਚ ਰਹਿੰਦਿਆਂ ਵੀ ਨਿਰਲੇਪ ਹੈ। ਜੇ ਬੈਲੈਂਸ ਨਾ ਬਣੇ ਤੇ ਫਿਰ ਗੱਲ ਨਹੀਂ ਬਣਦੀ। ਕਹਿਣ ਲੱਗਾ ਕਿੱਦਾਂ? ਰਾਜਾ ਕਹਿਣ ਲੱਗਾ ਮੈਂ ਅਗਲੀ ਗੱਲ ਤੈਨੂੰ ਬਾਅਦ ਦੱਸਾਂਗਾ, ਪਹਿਲਾਂ ਇੱਕ ਕੰਮ ਕਰ। ਰਾਜੇ ਨੇ ਇੱਕ ਚਮਚ ਦਿੱਤਾ, ਚਮਚ 'ਚ ਕੁਝ ਤੇਲ ਪਾ ਦਿੱਤਾ ਗਿਆ। ਕਹਿਣ ਲੱਗਾ ਜਾ ਪਹਿਲਾਂ ਮਹਿਲ ਦਾ ਚੱਕਰ ਲਗਾ ਕੇ ਆ, ਮਹਿਲ ਵੀ ਵੇਖੀ ਪਰ ਧਿਆਨ ਰੱਖੀ ਆ ਚਮਚ 'ਚ ਪਾਇਆ ਹੋਇਆ ਤੇਲ ਡਿੱਗਣਾ ਨਹੀਂ ਚਾਹੀਦਾ ਹੈ, ਇਹ ਇਸੇ ਤਰ੍ਹਾਂ ਵਾਪਸ ਲੈ ਕੇ ਆਉਣਾ ਹੈ। ਉਹ ਹੁਣ ਬੰਦਾ ਗਿਆ, ਚੱਕਰ ਤਾਂ ਜ਼ਰੂਰ ਲਗਾਇਆ ਪਰ ਧਿਆਨ ਉਹ ਚਮਚ ਦੇ ਵਿੱਚ ਹੀ ਰਹਿ ਗਿਆ ਕਿ ਕਿਧਰੇ ਤੇਲ ਡੁੱਲ ਨਾ ਜਾਏ, ਤੇਲ ਡੁੱਲ ਨਾ ਜਾਏ। ਬਸ ਇੱਕ ਚੱਕਰ ਲਗਾ ਕੇ ਪਰਤ ਆਇਆ, ਉਸੇ ਤਰ੍ਹਾਂ ਤੇਲ ਚਮਚ ਦੇ ਵਿੱਚ ਰਾਜੇ ਦੇ ਸਾਹਮਣੇ। ਰਾਜਾ ਕਹਿਣ ਲੱਗਾ ਕੀ ਵੇਖ ਕੇ ਆਇਆ? ਕਹਿਣ ਲੱਗਾ ਜੀ ਵੇਖਣਾ ਕੀ ਹੈ, ਧਿਆਨ ਤਾਂ ਇਹ ਚਮਚ ਤੋਂ ਉੱਪਰ ਗਿਆ ਹੀ ਨਹੀਂ ਹੈ, ਦੂਜੇ ਪਾਸੇ ਮੈਂ ਤਾਂ ਬਸ ਇਸੇ ਨੂੰ ਵੇਂਦਾ ਰਹਿ ਗਿਆ ਹਾਂ। ਨਹੀਂ, ਰਾਜਾ ਕਹਿਣ ਲੱਗਾ ਇੱਦਾਂ ਨਹੀਂ, ਫਿਰ ਬਾਹਰ ਸਾਰਾ ਕੁਝ ਵੇਖ ਕੇ ਆ।
ਹੁਣ ਜਦੋਂ ਉਹ ਦੂਜਾ ਗੇੜਾ ਲਗਾਉਣ ਗਿਆ, ਮਹਿਲਾਂ ਵਾਲੇ ਪਾਸੇ ਧਿਆਨ ਰੱਖਿਆ ਤੇ ਉਹ ਕਦੋਂ ਤੇਲ ਚਮਚ 'ਚੋਂ ਡੁੱਲ ਗਿਆ ਪਤਾ ਹੀ ਕੁਝ ਨਾ ਲੱਗਿਆ। ਜਦੋਂ ਰਾਜੇ ਦੇ ਕੋਲ ਵਾਪਸ ਆਇਆ ਤੇ ਖਾਲੀ ਚਮਚ, ਤੇਲ ਵਿੱਚ ਹੈ ਹੀ ਨਹੀਂ। ਹੁਣ ਰਾਜਾ ਕਹਿਣ ਲੱਗਾ ਇਹ ਕੀ, ਤੇਲ ਕਿੱਧਰ ਗਿਆ ਜਿਹੜਾ ਵਾਪਸ ਲਿਆਉਣ? ਕਹਿਣ ਲੱਗਾ ਜੀ ਉਹ ਤੇ ਮੈਂ ਮਹਿਲਾਂ ਵਾਲੀ ਧਿਆਨ ਦਿੰਦਾ ਰਹਿ ਗਿਆ ਤੇ ਵਿੱਚੋਂ ਤੇਲ ਕਿਹੜੇ ਵਕਤ ਕਿਹੜੀ ਜਗ੍ਹਾ ਤੇ ਡੁੱਲ ਗਿਆ ਪਤਾ ਹੀ ਨਹੀਂ ਲੱਗਿਆ। ਰਾਜਾ ਕਹਿਣ ਲੱਗਾ ਬਸ ਵੇਖ, 2 ਚੱਕਰ ਤੂੰ ਮਹਿਲਾਂ ਦੇ ਲਗਾਏ, ਜੇ ਤੇਲ ਦੇ ਵਿੱਚ ਧਿਆਨ ਰੱਖਿਆ ਤੇ ਮਹਿਲ ਨਹੀਂ ਵੇਖ ਸਕਿਆ, ਜੇ ਮਹਿਲਾਂ 'ਚ ਧਿਆਨ ਰੱਖਿਆ ਤੇ ਤੇਲ ਨਹੀਂ ਵੇਖ ਸਕਿਆ। ਇੱਕੋ ਪਾਸੇ ਧਿਆਨ। ਪਰ ਜੇ ਬਿਰਤੀ ਐਸੀ ਨਿਰਲੇਪ ਹੋਵੇ, ਜੇ ਬਿਰਤੀ ਸੁਭਾਅ ਐਸਾ ਹੋਵੇ ਮਨੁੱਖ ਦਾ ਕਿ ਘਰ ਪਰਿਵਾਰ ਸਮਾਜ ਸੰਸਾਰ ਦੇ ਵਿੱਚ ਰਹਿੰਦਿਆਂ ਵੀ ਬੰਦਾ ਇਹਦੇ ਤੋਂ ਆਪਣੀ ਸੁਰਤ ਨੂੰ ਵੱਖਰਾ ਕਰ ਲਵੇ, ਤੇ ਫਿਰ ਬੇਸ਼ੱਕ ਇਹ ਰੰਗ ਤਮਾਸ਼ੇ ਸੰਸਾਰ ਰੂਪੀ ਮਹਿਲ ਦੇ ਵਿੱਚ ਬੰਦਾ ਵਿਚਰਦਾ ਰਵੇ, ਉਹ ਮਨ ਚੋਂ ਜਿਹੜਾ ਧਰਮ ਦਾ ਤੇਲ ਹੈ ਉਹ ਡੁੱਲਦਾ ਨਹੀਂ ਹੈ, ਉਹ ਟਿਕਿਆ ਰਹਿੰਦਾ ਜੇ ਅੰਦਰ ਉਸ ਚੀਜ਼ ਨੂੰ ਟਿਕਾ ਲਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੀ ਹੁੰਦਾ ਹੈ, ਜੀਵ ਦੀ ਬਿਰਤੀ ਬਾਹਰ ਮੁਖੀ ਹੈ, ਉਹ ਅੰਦਰ ਨੂੰ ਸਵਾਰ ਨਹੀਂ ਪਾਉਂਦਾ ਹੈ। ਕੁਝ ਲੋਕ ਐਸੇ ਜਿਨ੍ਹਾਂ ਦਾ ਧਿਆਨ ਐਸਾ ਅਟਕਦਾ ਹੈ, ਉਹ ਬਾਹਰੋਂ ਵੇਖਣ ਨੂੰ ਲੱਗਦਾ ਹੈ ਧਰਮੀ ਹੈ, ਬਿਰਤੀ ਉਹਨਾਂ ਦੀ ਵੀ ਅੰਦਰੋਂ ਨਹੀਂ ਸਵਰੀ ਹੁੰਦੀ ਤੇ ਜੀਵਨ ਉਹਨਾਂ ਦਾ ਵੀ ਅਟਕਿਆ ਹੁੰਦਾ ਹੈ। ਕਬੀਰ ਸਾਹਿਬ ਕਹਿੰਦੇ ਪ੍ਰਥਮ ਗੱਲ ਤੇ ਗੁਰੂ ਮਹਾਰਾਜ ਕਹਿੰਦੇ ਜ਼ਿੰਮੇਵਾਰ ਬਣਨਾ ਪਰਿਵਾਰ ਪ੍ਰਤੀ ਸੰਸਾਰ ਪ੍ਰਤੀ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨ ਛਾਣੈ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਮੁਖ। ਸੰਸਾਰ ਦੇ ਕਾਰਜ ਵੀ ਕਾਰ ਵਿਹਾਰ ਵੀ ਕਰਨੇ ਹਨ, ਪਰ ਨਾਲ ਦੀ ਨਾਲ ਆਪਣਾ ਧਿਆਨ ਪਰਮਾਤਮਾ ਦੀ ਇਬਾਦਤ ਤੇ ਬੰਦਗੀ ਤੇ ਨਾਮ ਧਰਮ ਤੇ ਵੀ ਟਿਕਾ ਕੇ ਰੱਖਣਾ ਹੈ। ਜੀਵਨ ਦੀ ਖੇਡ ਤਾਂ ਸਵਰ ਸਕਦੀ ਹੈ ਸਫਲ। ਕਬੀਰ ਸਾਹਿਬ ਕਹਿੰਦੇ ਕੀ ਬਣਦਾ ਹੈ ਮਨੁੱਖ ਦੇ ਨਾਲ, ਇਹ ਕਬੀਰ ਗਹਿਗਚ ਪਰਿਓ ਕੁਟੰਬ ਕੈ, ਪਰਿਵਾਰ ਦੇ ਝਮੇਲਿਆਂ 'ਚ ਜੀਵ ਫਸ ਜਾਂਦਾ ਹੈ। ਕਾਂਠੇ ਰਹਿ ਗਿਓ ਰਾਮ, ਪਰਮਾਤਮਾ ਦਾ ਨਾਮ ਇੱਕ ਪਾਸੇ ਹੀ ਰਹਿ ਜਾਂਦਾ, ਉਹਦਾ ਇਹਨੂੰ ਚੇਤਾ ਹੀ ਨਹੀਂ ਰਹਿੰਦਾ। ਬਸ ਜੀ ਪੁੱਤ ਵਿਆਹ ਲਵਾਂ, ਪੋਤਰੇ ਦਾ ਮੂੰਹ ਵੇਖ ਲਵਾਂ, ਪੋਤਰਾ ਵਿਆਹ ਲਵਾਂ, ਬੱਚੇ ਬਾਹਰ ਭੇਜ ਲਵਾਂ, ਬੱਚੇ ਪੜ੍ਹਾ ਲਵਾਂ, ਬਸ ਇਹਨਾਂ ਚੀਜ਼ਾਂ ਦੇ ਵਿੱਚ ਹੀ ਸਾਡੀ ਜ਼ਿੰਦਗੀ ਦੀ ਸਾਰੀ ਦੌੜ ਅਟਕੀ ਰਹਿੰਦੀ ਹੈ। ਤੇ ਫਿਰ ਮਹਾਰਾਜ ਕਹਿੰਦੇ ਹੁੰਦਾ ਕੀ ਹੈ, ਆਏ ਪਰੇ ਧਰਮ ਰਾਏ ਕੇ ਬੀਚੈ ਧੂਮਾ ਧਾਮ, ਇਸੇ ਧੂਮ ਧੜੱਕੇ ਦੇ ਵਿੱਚ ਹੀ ਧਰਮ ਰਾਏ ਦੇ ਭੇਜੇ ਜਮਦੂਤ ਆਣ ਪਹੁੰਚਦੇ ਨੇ ਤੇ ਜੀਵ ਨੂੰ ਸੰਸਾਰ ਤੋਂ ਜਾਣਾ ਪੈਂਦਾ ਹੈ। ਹਾਲਾਂਕਿ ਇਹਦਾ ਮਨ ਉਸ ਪੱਧਰ ਤੇ ਸੰਤੁਸ਼ਟ ਨਹੀਂ ਹੁੰਦਾ ਹੈ, ਕਿਉਂਕਿ ਪੂਰੀ ਤਰ੍ਹਾਂ ਸੰਸਾਰ ਦੇ ਨਾਲ ਜੁੜਿਆ ਹੈ। ਸੰਸਾਰ ਦੇ ਨਾਲ ਜੁੜੇ ਹੋਣ ਕਰਕੇ ਇਹ ਇੱਕ ਇੱਛਾ ਪੂਰੀ ਹੁੰਦੀ ਹੈ, 10 ਇੱਛਾਵਾਂ ਹੋਰ ਪੈਦਾ ਹੋ ਗਈਆਂ, ਉਹ ਪੂਰੀਆਂ ਹੋਈਆਂ, ਅੱਗੇ ਹੋਰ ਇੱਛਾਵਾਂ ਪੂਰੀਆਂ ਹੋ ਗਈਆਂ, ਇਹ ਫਿਰ ਉਹਨਾਂ ਇੱਛਾਵਾਂ 'ਚ ਹੀ ਬੱਝਾ ਰਹਿੰਦਾ ਹੈ। ਧੰਦਿਆਂ ਦੇ ਵਿੱਚ ਝਮੇਲਿਆਂ ਦੇ ਵਿੱਚ ਹੀ ਬੱਝਿਆ ਰਹਿੰਦਾ ਹੈ। ਪਰਮਾਤਮਾ ਦੇ ਸਿਮਰਨ ਨੂੰ, ਨਾਮ ਨੂੰ, ਇਬਾਦਤ ਨੂੰ ਵੀ ਜੀਵ ਟਾਲਦਾ ਹੈ ਕਿ ਜਪ ਲਵਾਂਗੇ। ਤੇ ਮਹਾਰਾਜ ਕਹਿੰਦੇ ਇਸੇ ਹੀ ਸੰਸਾਰ ਦੇ ਝਮੇਲਿਆਂ ਦੇ ਵਿੱਚ ਫਸੇ ਹੋਏ ਨੂੰ ਅਖੀਰ ਜਮ ਆਣ ਘੇਰਦੇ ਨੇ। ਜਿਹੜਾ ਜਪਣਾ ਚਾਹੀਦਾ ਸੀ ਕਰਤੇ ਪੁਰਖ ਦਾ ਨਾਮ, ਉਹ ਇਹਨੇ ਜਪਿਆ ਹੀ ਨਹੀਂ ਹੁੰਦਾ ਤੇ ਅਖੀਰ ਫਿਰ ਚੱਲਿਓ ਜੁਆਰੀ ਦੋਏ ਕਰ ਝਾਰ। ਇਹ ਜੀਵ ਰੂਪੀ ਜੁਆਰੀ ਦੋਵੇਂ ਹੱਥ ਝਾੜ ਖਾਲੀ ਸੰਸਾਰ ਤੋਂ ਚਲਿਆ ਜਾਂਦਾ ਹੈ। ਜਿਨ੍ਹਾਂ ਝਮੇਲਿਆਂ ਦੀ ਖਾਤਰ ਇਹਨੇ ਸਾਰੀ ਜ਼ਿੰਦਗੀ ਗਵਾ ਦਿੱਤੀ ਸੀ, ਅਖੀਰ 'ਚੋਂ ਉਹਨਾਂ 'ਚੋਂ ਕੋਈ ਇਹਦਾ ਸਾਥੀ ਨਹੀਂ ਬਣਦਾ ਹੈ, ਕੋਈ ਸਾਥੀ ਨਹੀਂ ਬਣਦਾ ਹੈ। ਕਿਉਂਕਿ ਸਭ ਕੁਛ ਜੀਵਤ ਕੋ ਵਿਵਹਾਰ, ਮਾਤ ਪਿਤਾ ਬਨਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੁਰਬ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ। ਗੁਰੂ ਕਹਿੰਦੇ ਸਾਰੀ ਜੀਵਨ ਦੀ ਖੇਡ ਹੈ, ਅੰਤ ਵੇਲੇ ਇਹਨਾਂ 'ਚੋਂ ਕੋਈ ਤੇਰਾ ਸਹਾਈ ਨਹੀਂ ਹੁੰਦਾ ਹੈ। ਜੇ ਕੋਈ ਸਹਾਈ ਹੋਣ ਵਾਲਾ ਹੈ ਉਹ ਕੇਵਲ ਇੱਕ ਅਕਾਲ ਪੁਰਖ ਦਾ ਵਾਹਿਗੁਰੂ ਦਾ ਨਾਮ, ਉਹਦੇ ਤੋਂ ਬਿਨਾਂ ਹੋਰ ਕੁਝ ਜੀਵ ਦੇ ਨਾਲ ਨਹੀਂ ਜਾਂਦਾ ਹੈ। ਅਗਲੇ ਸ਼ਲੋਕ 'ਚ ਕਬੀਰ ਸਾਹਿਬ ਜੀ ਸਾਕਤ ਦੀ ਗੱਲ ਕਰਦੇ ਹਨ। ਸਾਕਤ ਮਤਲਬ ਜਿਹੜਾ ਪਰਮਾਤਮਾ ਤੋਂ ਟੁੱਟਿਆ ਹੋਇਆ ਹੈ। ਤੇ ਪਹਿਲਾਂ ਵੀ ਸਾਕਤ ਬਾਰੇ ਕਬੀਰ ਜੀ ਨੇ ਆਪਣੇ ਸ਼ਲੋਕਾਂ 'ਚ ਕਿੰਨੀ ਵਾਰੀ ਸਾਨੂੰ ਸਮਝਾਇਆ ਕਿ ਸਾਕਤ ਤੋਂ ਦੂਰ ਰਹਿਣਾ ਹੈ, ਸਾਕਤ ਦੀ ਸੰਗਤ ਨਹੀਂ ਕਰਨੀ ਹੈ।
ਸਾਕਤ ਨੂੰ ਵੇਖ ਕੇ ਹੀ ਰਸਤਾ ਬਦਲ ਲਵੋ। ਸਾਕਤ ਦਾ ਇੱਕ ਬੋਲ ਵੀ ਜੇ ਸੁਣਾਂਗੇ ਉਹ ਵੀ ਜੀਵਨ ਅੰਦਰ ਕੋਈ ਨਾ ਕੋਈ ਦੁਖਾਂਤ, ਵੱਡਾ ਦੁਖਾਂਤ ਪੈਦਾ ਕਰ ਸਕਦਾ ਹੈ। ਇਸ ਸ਼ਲੋਕ ਅੰਦਰ ਕਬੀਰ ਸਾਹਿਬ ਜੀ ਇੱਕ ਪਾਸੇ ਸਾਕਤ ਨੂੰ ਰੱਖਦੇ ਹਨ, ਇੱਕ ਪਾਸੇ ਇੱਕ ਜਾਨਵਰ ਸੂਰ ਨੂੰ ਰੱਖ ਕੇ ਗੱਲ ਕਰਦੇ ਹਨ। ਕਬੀਰ ਸਾਕਤ ਤੇ ਸੂਕਰ ਭਲਾ ਰੱਖੈ ਆਛਾ ਗਾਉ। ਇੱਕ ਹੈ ਸਾਕਤ, ਇੱਕ ਹੈ ਸੂਰ। ਹੁਣ ਸਾਕਤ ਦਾ ਸੁਭਾਅ ਕੀ ਹੈ? ਰੱਬ ਤੋਂ ਟੁੱਟਿਆ ਹੈ, ਦਿਨ ਰਾਤ ਨਿੰਦਿਆ ਕਰੇਗਾ, ਚੁਗਲੀ ਕਰੇਗਾ, ਦੂਜਿਆਂ ਦੀਆਂ ਬੁਰਾਈਆਂ ਕਰੇਗਾ। ਇੱਦਾਂ ਸਮਾਜ ਅੰਦਰ ਉਹ ਗਲਤ ਚੀਜ਼ਾਂ ਫੈਲਾਉਂਦਾ ਹੈ। ਇਹ ਵਿਕਾਰਾਂ ਦੀ ਗੰਦਗੀ ਉਹ ਸਮਾਜ ਅੰਦਰ ਫੈਲਾਉਂਦਾ ਹੈ। ਇੱਧਰੋਂ ਉੱਧਰ ਚੁਗਲੀ ਕਰ ਦਿੱਤੀ, ਉੱਧਰੋਂ ਉੱਧਰ ਚੁਗਲੀ ਕਰ ਦਿੱਤੀ। ਐਵੇਂ ਹੀ ਗੱਲਾਂ ਦੀਆਂ ਪੰਡਾਂ ਬਣਾ ਕੇ ਤੇ ਝਗੜੇ ਬਖੇੜੇ ਖੜੇ ਕਰ ਦਿੱਤੇ। ਸਾਕਤ ਨੇ ਗੰਦਗੀ ਫੈਲਾਈ, ਸਮਾਜ ਪ੍ਰਤੀ ਜ਼ਿੰਮੇਵਾਰੀ ਨਾ ਨਿਭਾਈ, ਤਬਾਹੀ ਵਾਲੇ ਕੰਮ ਕੀਤੇ, ਬੁਰਾਈ ਵਾਲੇ ਕੰਮ ਕੀਤੇ। ਸਾਕਤ ਨੇ ਗੰਦਗੀ ਫੈਲਾਉਂਦਾ ਪਿਆ ਹੈ, ਵਿਚਾਰਾਂ ਦੀ ਗੰਦਗੀ, ਕਰਮਾਂ ਦੀ ਗੰਦਗੀ। ਦੂਜੇ ਪਾਸੇ ਸੂਰ ਦਾ ਕੀ ਕੰਮ ਹੈ? ਸੂਰ ਗੰਦਗੀ ਖਾਂਦਾ ਹੈ, ਨਗਰ ਦੀ ਗੰਦਗੀ ਖਾਂਦਾ ਹੈ। ਜਿਹੜੀ ਜਿਹੜੀ ਗਲੀ 'ਚੋਂ ਉਹਨੇ ਲੱਗਣਾ, ਜੋ ਕੋਈ ਗੰਦੀ ਮੰਦੀ ਚੀਜ਼ ਹੈ, ਸੂਰ ਸਭ ਖਾਈ ਜਾਂਦਾ ਹੈ। ਤੇ ਕਬੀਰ ਸਾਹਿਬ ਕਹਿੰਦੇ ਹੁਣ ਮੈਂ ਦੋਵਾਂ ਨੂੰ ਆਪਣੇ ਸਾਹਮਣੇ ਰੱਖ ਕੇ ਵਿਚਾਰਦਾ ਹਾਂ ਕਿ ਇੱਕ ਪਾਸੇ ਸਾਕਤ ਹੈ, ਠੀਕ ਹੈ, ਉਹ ਸਾਕਤ ਹੈ, ਉਹਦੇ ਕੋਲ ਮਨੁੱਖਾ ਸਰੀਰ ਹੈ। ਇੱਕ ਸੂਰ ਹੈ, ਉਹਦੇ ਕੋਲ ਪਸ਼ੂ ਵਾਲਾ ਸਰੀਰ ਹੈ, ਪਸ਼ੂ ਵਾਲੀ ਕਾਇਆ ਹੈ। ਪਰ ਕਹਿੰਦੇ ਜੇ ਕਰਮਾਂ ਨੂੰ ਵੇਖੀਏ, ਵਿਚਾਰੀਏ, ਪੜਚੋਲੀਏ ਤੇ ਸੂਰ ਦੇ ਜਿਹੜੇ ਕਰਮ ਹਨ ਸਾਕਤ ਦੇ ਕਰਮਾਂ ਤੋਂ ਉੱਤਮ ਹਨ। ਇੱਕ ਸਮਾਜ ਅੰਦਰ ਗੰਦਗੀ, ਸੰਸਾਰ ਅੰਦਰ ਗੰਦਗੀ ਫੈਲਾਉਂਦਾ ਪਿਆ ਹੈ, ਉਹ ਭਾਵੇਂ ਵਿਚਾਰਾਂ ਦੀ ਗੰਦਗੀ ਹੈ, ਭਾਵੇਂ ਕਰਮਾਂ ਦੀ ਗੰਦਗੀ ਹੈ। ਇੱਕ ਗੰਦਗੀ ਨੂੰ ਖਤਮ ਕਰ ਰਿਹਾ ਹੈ, ਭਾਵੇਂ ਖਾ ਖਾ ਕੇ ਕਰ ਰਿਹਾ, ਪਰ ਗੰਦਗੀ ਖਤਮ ਕਰ ਰਿਹਾ ਹੈ। ਗੰਦਗੀ ਫੈਲਾਉਣ ਵਾਲੇ ਨਾਲੋਂ ਇੱਕ ਗੰਦਗੀ ਖਾਣ ਵਾਲਾ ਸੂਰ ਕਈ ਗੁਣਾ ਚੰਗਾ ਹੈ। ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ। ਉਹ ਸਾਕਤ ਬਪਰਾ ਮਰ ਗਿਆ, ਕੋਈ ਨਾ ਲਹਿ ਨਾਉ। ਹੁਣ ਸੂਰ ਮਰੇ ਤੇ ਗੰਦਗੀ ਵੱਧਦੀ ਜਾਏ, ਫਿਰ ਲੋਕ ਯਾਦ ਕਰਦੇ ਹਨ ਕਿ ਚੰਗਾ ਸੀ, ਜਿਉਂਦਾ ਸੀ, ਗੰਦਗੀ ਖਾਈ ਜਾਂਦਾ ਸੀ ਤੇ ਘੱਟ ਤੋਂ ਘੱਟ ਨਗਰ ਦੇ ਵਿੱਚ ਸਫਾਈ ਤਾਂ ਰਹਿੰਦੀ ਸੀ। ਹੁਣ ਸੂਰ ਨੂੰ ਮਰਨ ਤੋਂ ਬਾਅਦ ਵੀ ਲੋਕ ਯਾਦ ਕਰਦੇ ਪਏ ਹਨ, ਪਰ ਕਹਿੰਦੇ ਸਾਕਤ ਮਰ ਗਿਆ ਤੇ ਕੋਈ ਨਾ ਲਹਿ ਨਾਉ। ਸਾਕਤ ਨੂੰ ਕੋਈ ਚੇਤੇ ਵੀ ਨਹੀਂ ਕਰਨਾ ਚਾਹੁੰਦਾ ਕਿ ਚੰਗਾ ਇੱਦਾਂ ਦਾ ਬੰਦਾ ਖਤਮ ਹੋਇਆ ਹੀ ਬਿਹਤਰ ਹੈ, ਜਿਹਨੇ ਕਰਮ ਹੀ ਕੋਈ ਚੰਗਾ ਨਹੀਂ ਕਰਨਾ। ਵੈਸੇ ਇੱਕ ਜਗ੍ਹਾ ਗੁਰੂ ਕਲਗੀਧਰ ਮਹਾਰਾਜ ਆਨੰਦਗੜ੍ਹ ਕਿਲੇ ਤੇ ਸਨ। ਆਨੰਦਗੜ੍ਹ ਦੇ ਕਿਲੇ ਦੇ ਪਿਛਲੇ ਪਾਸੇ ਇੱਕ ਵਿਅਕਤੀ ਚੜ੍ਹਾਈ ਕਰ ਗਿਆ, ਉਹਨੂੰ 4 ਜਾਣੇ ਤਖਤੇ ਤੇ ਪਾ ਕੇ ਖੜ ਰਹੇ ਨੇ, ਹੋਰ ਕੋਈ ਬਹੁਤੇ ਨਾਲ ਨਹੀਂ। ਮਹਾਰਾਜ ਸੱਚੇ ਪਾਤਸ਼ਾਹ, ਕਿਉਂਕਿ ਆਨੰਦਪੁਰ ਵਾਸੀਆਂ ਦੇ ਹਰ ਸੁੱਖ ਦੁੱਖ ਦੇ ਵਿੱਚ ਦਸਮ ਪਾਤਸ਼ਾਹ ਜੀ ਸ਼ਾਮਲ ਹੁੰਦੇ ਸਨ, ਸਾਰਾ ਪਰਿਵਾਰ ਸਮਝਦੇ ਸਨ ਉਹ ਆਨੰਦਪੁਰ ਵਾਲਿਆਂ ਨੂੰ ਆਪਣਾ। ਇਹ ਬੰਦਾ ਮਰ ਗਿਆ, ਮਹਾਰਾਜ ਤੱਕ ਵੀ ਖਬਰ ਨਾ ਆਈ ਕਿ ਆਨੰਦਪੁਰ 'ਚ ਅੱਜ ਕਿਸੇ ਦੀ ਮੌਤ ਹੋਈ ਹੈ। ਮਹਾਰਾਜ ਨੇ ਵੇਖਿਆ, ਕਹਿਣ ਲੱਗੇ ਕੌਣ ਚੜ੍ਹਾਈ ਕੀਤਾ ਹੈ? ਕਿਸੇ ਸਿੱਖ ਨੂੰ ਵੀ ਨਹੀਂ ਪਤਾ। ਮਹਾਰਾਜ ਨੇ ਇੱਕ ਸਿੱਖ ਨੂੰ ਭੇਜਿਆ, ਜਾਓ ਪਤਾ ਤੇ ਕਰਕੇ ਆਓ ਕੌਣ ਮਰਿਆ ਹੈ। ਉਹ ਹੁਣ ਸਿੱਖ ਪੁੱਛ ਕੇ ਆਇਆ, ਪਤਾ ਕਰਕੇ ਆਇਆ, ਆ ਕੇ ਮਹਾਰਾਜ ਨੂੰ ਦੱਸਿਆ। ਮਹਾਰਾਜ ਰਹਿੰਦਾ ਤੇ ਆ ਆਨੰਦਗੜ੍ਹ ਦੇ ਪਿੱਛੇ ਹੀ ਸੀ, ਪਰ ਕਦੇ ਸਤ ਸੰਗਤ 'ਚ ਨਹੀਂ ਸੀ ਆਉਂਦਾ। ਮਹਾਰਾਜ ਕਦੇ ਸਤ ਸੰਗਤ 'ਚ ਨਹੀਂ ਸੀ ਆਉਂਦਾ, ਨਾ ਕਦੇ ਉਹਨੇ ਆਪਣੇ ਆਪ ਨੂੰ ਗੁਰੂ ਕੀਆਂ ਫੌਜਾਂ ਦੇ ਲਈ ਭੇਟ ਕੀਤਾ ਕਿ ਮੈਂ ਮੈਦਾਨੇ ਜੰਗ ਦੇ ਵਿੱਚ ਸ਼ਸਤਰ ਲੈ ਕੇ ਜੂਝਾਂਗਾ। ਨਾ ਉਹਨੇ ਕਦੇ ਕਿਸੇ ਆਏ ਗਏ ਨੂੰ ਕੁਝ ਦਾਨ ਪੁੰਨ ਹੀ ਕੀਤਾ ਸੀ ਕਿ ਕਿਸੇ ਨੂੰ ਇਸ ਕਰਕੇ ਹੀ ਉਹਦਾ ਪਤਾ ਹੋਵੇ ਕਿ ਬੜਾ ਦਾਨੀ ਹੈ, ਬੜਾ ਪੁੰਨ ਕਰਨ ਵਾਲਾ। ਕੋਈ ਭਲਾ ਕਰਮ ਕਦੇ ਘਰੋਂ ਬਾਹਰ ਹੀ ਨਹੀਂ ਸੀ ਨਿਕਲਦਾ, ਅੰਦਰ ਹੀ ਰਹਿੰਦਾ ਸੀ। ਤੇ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਰਣ ਮੈਂ ਕਬਹੂ ਜੂਝਿਓ ਨਹੀਂ। ਕਦੇ ਜੰਗ 'ਚ ਇਹ ਬੰਦਾ ਨਹੀਂ ਲੜਿਆ, ਬਾਹਰ ਇਹਦਾ ਸਾਨੂੰ ਤੁਹਾਨੂੰ ਕਿਸੇ ਨੂੰ ਕੁਝ ਨਹੀਂ ਪਤਾ, ਇਹ ਇੱਥੇ ਰਹਿੰਦਾ ਹੈ। ਰਣ ਮੈਂ ਕਬਹੂ ਜੂਝਿਓ ਨਹੀਂ, ਕੱਛ ਦੇ ਜਸ ਨਹੀਂ ਲੀਨ।
ਨਾ ਕਿਸੇ ਨੂੰ ਕੁਝ ਦਾਨ ਪੁੰਨ ਕਰਕੇ ਇਹਨੇ ਕੋਈ ਜਾਸੀ ਖੱਟਿਆ ਕਿ ਲੋਕਾਂ ਨੂੰ ਪਤਾ ਹੋਵੇ ਕਿ ਬੜਾ ਦਾਨੀ ਹੈ ਤੇ ਲੋਕ ਤਾਂ ਜਾਣਦੇ ਹੋਣ। ਰਣ ਮੈਂ ਕਬਹੂ ਜੂਝਿਓ ਨਹੀਂ, ਕੱਛ ਦੇ ਜਸ ਨਹੀਂ ਲੀਨ, ਗਾਮ ਬਸਤ ਜਾਣਿਓ ਨਹੀਂ। ਆਨੰਦਪੁਰ ਰਹਿੰਦਾ ਸੀ, ਆਨੰਦਪੁਰ ਵਾਲਿਆਂ ਨੂੰ ਹੀ ਪਤਾ ਨਹੀਂ ਸੀ ਇੱਥੇ ਰਹਿੰਦਾ ਹੈ। ਗਾਮ ਬਸਤ ਜਾਣਿਓ ਨਹੀਂ, ਜਮ ਸਿਓ ਕਿਨ ਕੈ ਦੀਨ। ਮਹਾਰਾਜ ਕਹਿੰਦੇ ਜੇ ਆਨੰਦਪੁਰ ਰਹਿਣ ਵਾਲਿਆਂ ਨੂੰ ਇਹਦਾ ਪਤਾ ਨਹੀਂ ਸੀ ਇਹ ਆਨੰਦਪੁਰ ਰਹਿੰਦਾ ਹੈ, ਤੇ ਜਮਾਂ ਨੂੰ ਜਾ ਕੇ ਕਿੰਨੇ ਇਹਦੀ ਸੂਚਨਾ ਦੇ ਦਿੱਤੀ ਇੱਥੇ ਰਹਿੰਦਾ ਹੈ। ਉਹ ਬੰਦੇ ਦਾ ਕਾਹਦਾ ਜਿਉਣਾ ਜਿਹੜਾ ਮਨੁੱਖ ਨਾ ਧਰਮ ਪ੍ਰਤੀ ਕਿਸੇ ਤਰ੍ਹਾਂ ਦਾ ਕੋਈ ਕਰਮ ਨਿਭਾ ਰਿਹਾ ਹੈ, ਨਾ ਕੋਈ ਸਮਾਜ ਪ੍ਰਤੀ ਕੋਈ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ। ਮਹਾਰਾਜ ਕਹਿੰਦੇ ਉਹ ਬੰਦੇ ਦਾ ਕਾਹਦਾ ਜੀਵਨ ਹੈ। ਉਹ ਤੇ ਪਹਿਲਾਂ ਵੀ ਮੁਰਦਾ ਸੀ ਤੇ ਹੁਣ ਵੀ ਮੁਰਦਾ ਹੈ। ਜਿਉਂਦਾ ਆਤਮਾ ਭਾਵੇਂ ਉਹਦੇ ਅੰਦਰ ਵਰਤਦੀ ਸੀ, ਪਰ ਹੈ ਉਹ ਮੁਰਦਾ ਹੀ ਸੀ, ਮੁਰਦਾ ਸਰੀਰ ਹੀ ਵਸ ਰਿਹਾ ਸੀ। ਤੇ ਸਾਕਤ ਦੀ ਹਾਲਤ ਬਿਲਕੁਲ ਇਸੇ ਤਰ੍ਹਾਂ ਦੀ। ਮਹਾਰਾਜ ਕਹਿੰਦੇ ਮਤ ਜਾਣੋ ਜਗ ਜੀਵਨ ਦਾ, ਦੂਜੈ ਭਾਏ ਮੋਇ ਆਸ। ਬਾਣੀ 'ਚ ਵੇਖੋ ਮਹਾਰਾਜ ਨੇ ਬਹੁਤ ਲੋਕ ਐਸੇ ਨੇ ਜਿਹੜੇ ਸਰੀਰ ਕਰਕੇ ਮਰ ਚੁੱਕੇ ਨੇ, ਉਹਨਾਂ ਨੂੰ ਵੀ ਗੁਰੂ ਕਹਿੰਦੇ ਨਹੀਂ ਉਹ ਜਿਉਂਦੇ ਹਨ। ਤੇ ਬੜੇ ਲੋਕ ਐਸੇ ਨੇ ਜਿਹੜੇ ਅਸੀਂ ਕਵਾਂਗੇ ਬੰਦਾ ਜਿਉਂਦਾ ਹੈ, ਪਰ ਗੁਰੂ ਨਹੀਂ ਮੰਨਦੇ ਉਹ ਜਿਉਂਦਾ ਹੈ। ਗੁਰੂ ਨਹੀਂ ਮੰਨਦੇ, ਕਿਉਂਕਿ ਗੁਰੂ ਮਹਾਰਾਜ ਕੇਵਲ ਸਰੀਰ ਦੇ ਜੀਵਨ ਨੂੰ ਜੀਵਨ ਨਹੀਂ ਕਹਿੰਦੇ ਹਨ। ਮਹਾਰਾਜ ਕਹਿੰਦੇ ਅਤ ਸੁੰਦਰ ਕਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਹੁਣ ਬਾਹਰੋਂ ਬੰਦਾ ਸੋਹਣਾ ਸਿਆਣਾ ਪੜ੍ਹਿਆ ਲਿਖਿਆ ਹੋਵੇ, ਅਸੀਂ ਕਵਾਂਗੇ ਵਾਹ ਕਿਆ ਕਮਾਲ ਹੈ, ਸਾਰੇ ਗੁਣ ਇਹਦੇ 'ਚ ਮੌਜੂਦ ਹਨ, ਪਰ ਗੁਰੂ ਕਹਿੰਦੇ ਜੇ ਰੱਬ ਦੀ ਪ੍ਰੀਤ ਨਹੀਂ ਹੈ, ਬਿਰਤੀ ਸਾਕਤ ਹੈ, ਫਿਰ ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਤੇ ਇੱਦਾਂ ਦੇ ਮਨੁੱਖ ਨਾਲੋਂ ਗੁਰੂ ਪਸ਼ੂ ਨੂੰ ਉੱਤਮ ਗਿਣਦੇ ਹਨ। ਹਾਲਾਂਕਿ ਮਨੁੱਖਾ ਜੀਵਨ ਉੱਤਮ ਜੀਵਨ ਹੈ। ਅਵਰ ਜੂਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਪਰ ਉੱਤਮ ਤਾਂ ਹੈ ਜੇ ਮਨੁੱਖ ਮਨੁੱਖਾਂ ਵਾਲੇ ਕਰਮ ਕਰ ਰਿਹਾ ਹੈ, ਤੇ ਜੇ ਇਹਦੇ ਮਨੁੱਖਤਾ ਦੇ ਕਰਮਾਂ ਦੇ ਪੱਧਰ ਤੋਂ ਕਰਮ ਡਿੱਗੇ ਪਏ ਹਨ, ਤੇ ਫਿਰ ਗੁਰੂ ਕਹਿੰਦੇ ਤੇਰੇ ਨਾਲੋਂ ਪਸ਼ੂ ਉੱਤਮ ਹੈ। ਪਸ਼ੂ ਮਿਲੈ ਚੰਗਿਆਈਆਂ, ਖੜਖਾ ਮੈਂ ਅੰਮ੍ਰਿਤ ਦੇ। ਮਹਾਰਾਜ ਕਹਿੰਦੇ ਪਸ਼ੂ 'ਚ ਵੀ ਚੰਗਿਆਈ ਹੈ। ਉਹ ਚਾਰਾ ਖਾਂਦਾ ਹੈ ਤੇ ਸੋਹਣਾ ਨਿਰਮਲ ਦੁੱਧ ਦਿੰਦਾ ਹੈ। ਤੇ ਨਾਮ ਵਿਹੂਣੇ ਆਦਮੀ ਧ੍ਰਿਗ, ਜੀਵਨ ਕਰਮ ਕਰੇ। ਨਾਮ ਤੋਂ ਟੁੱਟਿਆ ਹੋਇਆ ਬੰਦਾ ਧ੍ਰਿਗ, ਉਹਦੇ ਕਰਮ ਸਮਾਜ ਅੰਦਰ ਬੁਰਾਈਆਂ ਫੈਲਾਉਂਦਾ ਪਿਆ ਹੈ, ਸਮਾਜ ਅੰਦਰ ਦੁਸ਼ਟਤਾ ਫੈਲਾਉਂਦਾ ਪਿਆ, ਪਾਪ ਫੈਲਾਉਂਦਾ ਪਿਆ। ਉਹ ਮਨੁੱਖ ਪਸ਼ੂ ਤੋਂ ਵੀ ਡਿੱਗਿਆ ਹੋਇਆ। ਉਹਨੂੰ ਗੁਰੂ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੀਖ ਅੰਤਰ ਮਲ ਮਾਇਆ, ਸ਼ਬਸ਼ ਨਾਹੇ ਕਛ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸਮਾਨ। ਸੋ ਕਬੀਰ ਸਾਹਿਬ ਕਹਿੰਦੇ ਸਾਕਤ ਤੋਂ ਸੂਰ ਉੱਤਮ ਹੈ। ਸਾਕਤ ਮਰ ਗਿਆ ਕੋਈ ਨਾਂ ਨਹੀਂ ਜੇ ਲੈਂਦਾ ਪਿਆ, ਸੂਰ ਮਰਿਆ ਤੇ ਸਾਰੇ ਲੋਕ ਉਹਨੂੰ ਚੇਤੇ ਕਰਦੇ, ਘੱਟ ਤੋਂ ਘੱਟ ਨਗਰ ਦੀ ਗੰਦਗੀ ਤੇ ਸਾਫ਼ ਕਰਦਾ ਸੀ। ਕਬੀਰ ਕੌਡੀ ਕੌਡੀ ਜੋਰ ਕੈ, ਜੋਰੇ ਲੱਖ ਕਰੋੜ। ਕਬੀਰ ਸਾਹਿਬ ਕਹਿੰਦੇ ਮਨੁੱਖ ਜ਼ਿੰਦਗੀ ਭਰ ਕੌਡੀਆਂ ਕਰਕੇ ਮਾਇਆ ਜੋੜੀ ਜਾਂਦਾ ਹੈ, ਤੇ ਜੋੜਦਿਆਂ ਲੱਖਾਂ ਕਰੋੜਾਂ ਤੱਕ ਪਹੁੰਚ ਜਾਂਦਾ ਹੈ। ਲੱਖਾਂ ਕਰੋੜਾਂ ਤੱਕ ਮਾਇਆ ਦੀ ਪਕੜ ਬੜੀ। ਦੁਨੀ ਚੰਦ ਗੁਰੂ ਨਾਨਕ ਮਹਾਰਾਜ ਜਦੋਂ ਲਾਹੌਰ ਗਏ, ਇਹ ਆਪਣੇ ਮਹਿਲਾਂ ਤੇ ਝੰਡੇ ਲਗਾਉਂਦਾ ਸੀ। ਜਿਵੇਂ ਜਿਵੇਂ ਇਹਦੇ ਕੋਲ ਮਾਇਆ ਕਰੋੜ ਵੱਧਦੇ ਜਾਂਦੇ ਸਨ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਕਿ ਇਹ ਠੀਕ ਹੈ, ਪੈਸੇ ਕਿਰਤ ਕਰੋ, ਗੁਰੂ ਕਾ ਸਿੱਖ ਧਨੀ ਧਨਵਾਨ ਹੋਣਾ ਚਾਹੀਦਾ ਹੈ। ਵੇਖੋ ਮਹਾਰਾਜ ਨੇ ਇਹ ਨਹੀਂ ਕਿਹਾ ਕਿ ਸਿੱਖ ਗਰੀਬ ਤੇ ਕੰਗਾਲ ਹੋਵੇ, ਸਿੱਖ ਅਮੀਰ ਹੋਣਾ ਚਾਹੀਦਾ ਹੈ, ਪਰ ਕੰਡੀਸ਼ਨ ਇਹ ਪਹਿਲੇ ਨੰਬਰ 'ਤੇ ਸਿੱਖ ਨੂੰ ਕਮਾਉਣ ਦਾ ਤਰੀਕਾ ਆਉਂਦਾ ਹੋਣਾ ਚਾਹੀਦਾ ਹੈ। ਸਿੱਖ ਦੀ ਕਮਾਈ ਦੇ ਵਿੱਚ ਬੇਈਮਾਨੀ ਨਹੀਂ ਹੋਣੀ ਚਾਹੀਦੀ। ਸਿੱਖ ਕਮਾਵੇ, ਖੁੱਲ੍ਹ ਕੇ ਕਮਾਵੇ। ਬਾਣੀ 'ਚ ਆਪਾਂ ਗੁਰੂ ਕੇ ਸ਼ਬਦ ਪੜ੍ਹੀਏ, ਮਹਾਰਾਜ ਕਹਿੰਦੇ ਲੋਕ ਇੱਟਾਂ ਗਾਰਿਆਂ ਪੱਥਰਾਂ ਦੇ ਘਰ ਬਣਾਉਂਦੇ, ਮੇਰੇ ਸਿੱਖ ਦਾ ਘਰ ਤੇ ਸੋਨੇ ਦਾ ਘਰ ਹੋਣਾ ਚਾਹੀਦਾ ਹੈ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਪਰ ਚੇਤੇ ਰੱਖੀ ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ। ਜੇ ਰੱਬ ਨੇ ਸੋਹਣਾ ਘਰ ਬਖਸ਼ਿਆ ਹੈ, ਤੂੰ ਕਿਰਤ ਕਰਦਿਆਂ ਸੋਹਣਾ ਘਰ ਬਣਾਇਆ ਹੈ, ਤੇ ਦਾਤੇ ਦਾ ਧੰਨਵਾਦ ਜ਼ਰੂਰ ਕਰਨਾ। ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ,
ਸਦਮ। ਭਗਤ ਧੰਨਾ ਜੀ ਦਾ ਸ਼ਬਦ ਆਪਾਂ ਪੜ੍ਹਦੇ, ਗੋਪਾਲ ਤੇਰਾ ਆਰਤਾ ਮੰਗਤਾ। ਆਰਤੇ ਦਾ ਮਤਲਬ ਹੈ ਮੰਗਤਾ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਦਾਲ ਸੀਧਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ। ਪਨੀਆਂ ਸਾਧਨ ਨੀਕਾ। ਨੀਕਾ ਮਤਲਬ ਚੰਗਾ। ਖਾਣ ਪੀਣ ਪਹਿਨਣ ਦੇ ਲਈ ਵਧੀਆ ਕੱਪੜੇ ਹੋਣੇ ਚਾਹੀਦੇ ਨੇ। ਮਾਲਕ ਜੀ ਮੈਨੂੰ ਪਹਿਨਣ ਦੇ ਲਈ ਚੰਗੇ ਚੰਗੇ ਕੱਪੜੇ ਦਵੋ, ਖਾਣ ਦੇ ਲਈ ਚੰਗੇ ਪਦਾਰਥ ਦਵੋ। ਪਨੀਆਂ ਸਾਧਨ ਨੀਕਾ, ਅਨਾਜ ਮੰਗੂ ਸਤ ਸੀਕਾ। ਗਊ ਭੈਂਸ ਮੰਗੂ ਲਵੇਰੀ। ਚੰਗੀਆਂ ਦੁੱਧ ਦੇਣ ਵਾਲੀਆਂ ਗਾਵਾਂ ਮੱਝਾਂ ਚਾਹੀਦੀਆਂ ਨੇ। ਇੱਕ ਤਾਜਨ ਤੁਰੀ ਚੰਗੇਰੀ। ਤਾਜਨ ਤੁਰੀ ਚੰਗੇਰੀ ਭਾਵ ਇੱਕ ਘੋੜੀ ਵੀ ਚਾਹੀਦੀ ਹੈ, ਜਿਹੜੀ ਬਹੁਤ ਵਧੀਆ ਅਰਬੀ ਕਿਸਮ ਦੀ ਘੋੜੀ ਹੋਵੇ। ਅੱਜ ਦੇ ਸਮੇਂ 'ਚ ਵਧੀਆ ਟੌਪ ਕਲਾਸ ਗੱਡੀ। ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ। ਹਰ ਚੀਜ਼ ਸਿੱਖ ਦੇ ਕੋਲ ਹੋਣੀ ਚਾਹੀਦੀ ਹੈ, ਪਰ ਹਰ ਚੀਜ਼ ਭੋਗਦਿਆਂ ਹੋਇਆਂ ਉਹ ਦਾਤ ਦੇਣ ਵਾਲੇ ਕਰਤੇ ਦਾ ਸਿੱਖ ਨੇ ਚੇਤਾ ਜ਼ਰੂਰ ਰੱਖਣਾ। ਸਿੱਖ ਪੈਸੇ ਕਮਾਵੇ। ਗੁਰੂ ਮਹਾਰਾਜ ਨੇ ਆਪ ਅੰਮ੍ਰਿਤਸਰ ਨਗਰ ਵਸਾਇਆ। 52 ਕਿੱਤਿਆਂ ਦੇ ਨਾਲ, ਕਾਰੋਬਾਰਾਂ ਦੇ ਨਾਲ ਸੰਬੰਧਿਤ ਬਾਜ਼ਾਰ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਮਹਾਰਾਜ ਨੇ ਤਿਆਰ ਕਰਵਾਏ ਸਨ। ਵੱਖ ਵੱਖ ਕਾਰੋਬਾਰੀਆਂ ਨੂੰ ਸੱਦ ਕੇ ਕਿਹਾ ਇੱਥੇ ਕਾਰੋਬਾਰ ਕਰੋ। ਇੱਕ ਸਮਾਂ ਆਇਆ ਉਹ ਕਹਿਣ ਲੱਗੇ ਮਹਾਰਾਜ ਕਾਰੋਬਾਰ ਨਹੀਂ ਚੱਲ ਰਹੇ ਨੇ ਅੰਮ੍ਰਿਤਸਰ ਦੀ ਧਰਤੀ ਤੇ। ਮਹਾਰਾਜ ਕਹਿਣ ਲੱਗੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸੱਚਖੰਡ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਦਰਸ਼ਨ ਦੀਦਾਰ ਕਰਕੇ ਜਾਇਆ ਕਰੋ। ਗੁਰੂ ਰਾਮਦਾਸ ਦੀ ਕਿਰਪਾ ਹੋਵੇਗੀ, ਕਾਰੋਬਾਰਾਂ 'ਚ ਘਾਟਾ ਨਹੀਂ ਪਏਗਾ। ਅੱਜ ਵੀ ਅੰਮ੍ਰਿਤਸਰ ਸਾਹਿਬ ਦੇ ਜਿਹੜੇ ਦੁਕਾਨਦਾਰ ਵਪਾਰੀ ਨੇ ਪਹਿਲਾਂ ਗੁਰੂ ਰਾਮਦਾਸ ਸਾਹਿਬ ਦੇ ਦਰ 'ਤੇ ਸਿਜਦਾ ਕਰਦੇ, ਫਿਰ ਜਾ ਕੇ ਦੁਕਾਨਾਂ ਖੋਲ੍ਹਦੇ ਨੇ ਤੇ ਗੁਰੂ ਕਿਰਪਾ ਸਦਕਾ ਬਰਕਤਾਂ ਹੀ ਬਰਕਤਾਂ ਨੇ। ਸੋ ਸਿੱਖ ਨੇ ਕਿਰਤ ਕਰਨੀ ਹੈ, ਧਨ ਕਮਾਉਣਾ ਹੈ, ਪਰ ਬੇਈਮਾਨੀ ਕਰਕੇ ਨਹੀਂ ਕਮਾਉਣਾ ਹੈ। ਸਿੱਖ ਨੇ ਧਨ ਖਰਚਣਾ ਹੈ, ਪਰ ਨਸ਼ਿਆਂ ਤੇ ਮਾੜੀਆਂ ਕੰਮਾਂ ਦੇ ਵਿੱਚ ਨਹੀਂ ਖਰਚਣਾ। ਸਾਡਾ ਕਮਾਉਣ ਦਾ ਤਰੀਕਾ ਵੀ ਉੱਤਮ ਹੋਵੇ, ਸਾਡਾ ਖਰਚਣ ਦਾ ਤਰੀਕਾ ਵੀ ਉੱਤਮ ਹੋਵੇ। ਮਾਇਆ ਦੀ ਪਕੜ ਨਹੀਂ। ਇਹ ਚੀਜ਼ ਸਾਨੂੰ ਹਮੇਸ਼ਾ ਚੇਤੇ ਰਹਿਣੀ ਚਾਹੀਦੀ ਹੈ ਕਿ ਇਹ ਸਾਰਾ ਕੁਝ ਜ਼ਿੰਦਗੀ ਦੇ ਨਾਲ ਸੰਬੰਧਿਤ ਹੈ। ਇਹ ਪਦਾਰਥ ਰਹਿਣੇ ਅਖੀਰ ਇੱਥੇ ਦੇ ਇੱਥੇ ਹੀ ਹਨ। ਨਾਲ ਮੇਰੇ ਕਮਾਏ ਹੋਏ ਚੰਗੇ ਮਾੜੇ ਕਰਮ ਤੇ ਵਾਹਿਗੁਰੂ ਦਾ ਨਾਮ ਜਾਣਾ ਹੈ। ਕਬੀਰ ਸਾਹਿਬ ਕਹਿੰਦੇ ਕੌਡੀ ਕੌਡੀ ਜੋਰ ਕੈ ਜੋਰੈ ਲੱਖ ਕਰੋੜ। ਚਲਤੀ ਬਾਰ ਨਾ ਕੱਛ ਮਿਲਿਓ ਲਈ ਲੰਗੋਟੀ ਤੋਰ। ਅਖੀਰ ਇਹ ਪਦਾਰਥਾਂ 'ਚੋਂ ਕੁਝ ਨਾਲ ਆਪਾਂ ਸਾਰੇ ਵਹਿੰਦੇ ਹੀ ਹਾਂ। ਅਖੀਰ ਤੇ ਬੰਦਾ ਜਾਂਦਾ ਬਿਲਕੁਲ ਖਾਲੀ ਹੱਥ। ਕੋਈ ਉਹਨੇ ਹੱਥ ਤੇ ਕੀਮਤੀ ਮੁੰਦਰੀ ਵੀ ਪਾਈ ਹੋਵੇ ਤੇ ਘਰ ਵਾਲੇ ਉਹ ਵੀ ਉਤਾਰ ਲੈਂਦੇ ਹਨ, ਕੁਝ ਨਹੀਂ ਨਾਲ ਜਾਂਦਾ ਹੈ। ਜੇ ਨਾਲ ਨਾ ਵੀ ਉਤਾਰਾਂਗੇ ਫਿਰ ਵੀ ਕੀ ਹੋਏਗਾ? ਕਾਇਆ ਸੜ ਗਈ ਉਹ ਚੀਜ਼, ਤਾਂ ਫਿਰ ਉੱਥੇ ਦੀ ਉੱਥੇ ਰਹਿ ਗਈ। ਅਖੀਰ ਫਿਰ ਜੀਵ ਦੋਵੇਂ ਹੱਥ ਖਾਲੀ ਸੰਸਾਰ ਤੋਂ ਜਾਂਦਾ। ਸਿਕੰਦਰ ਵਰਗਿਆਂ ਨੇ ਕਿਹਾ ਸੀ ਮੇਰੇ ਹੱਥ ਖਾਲੀ ਕਫਨ 'ਚੋਂ ਬਾਹਰ ਕਰਿਓ, ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਦੁਨੀਆ ਜਿੱਤਣ ਵਾਲਾ ਸਿਕੰਦਰ ਵੀ ਖਾਲੀ ਦਾ ਖਾਲੀ ਗਿਆ ਹੈ। ਇਸ ਕਰਕੇ ਧਨ ਹੀ ਸਾਰਾ ਕੁਝ ਨਹੀਂ ਹੈ ਕਿ ਅਸੀਂ ਸਾਰੀ ਦੀ ਸਾਰੀ ਦੌੜ ਕੇਵਲ ਧਨ ਤੱਕ ਸੀਮਤ ਰੱਖੀਏ। ਧਰਮ ਤੇ ਸਮਾਜ ਤੇ ਪਰਿਵਾਰ ਪ੍ਰਤੀ ਜੋ ਸਾਡੇ ਫਰਜ਼ ਹਨ ਉਹ ਵੀ ਆਪਾਂ ਨਾਲ ਦੀ ਨਾਲ ਚੇਤੇ ਰੱਖਣੇ ਹਨ। ਅੱਗੇ ਕਬੀਰ ਸਾਹਿਬ ਪ੍ਰਮਾਣ ਕਰਦੇ, ਕਬੀਰ ਵੈਸ਼ਨੂੰ ਹੁਆ ਤਾਂ ਕਿਆ ਭਇਆ ਮਾਲਾ ਮੇਲੀ ਚਾਰ। ਹੁਣ ਇੱਕ ਉਹ ਬੰਦਾ ਜਿਹੜਾ ਕੇਵਲ ਪਦਾਰਥ 'ਚ ਹੀ ਫਸਿਆ, ਉਹਨੂੰ ਕਬੀਰ ਸਾਹਿਬ ਕਹਿੰਦੇ ਚੇਤੇ ਰੱਖੀ ਅਖੀਰ ਧਨ ਤੇਰੇ ਨਾਲ ਨਹੀਂ ਹੋ ਜਾਣਾ, ਖਾਲੀ ਹੱਥ ਸੰਸਾਰ ਤੋਂ ਜਾਏਗਾ। ਜੇ 4 ਪੈਸੇ ਜੇਬ 'ਚ ਵੀ ਹੋਣਗੇ ਉਹ ਵੀ ਅਖੀਰ ਤੇ ਕੱਢ ਲੈਣੇ। ਦੂਜੇ ਨੰਬਰ ਤੇ ਕਬੀਰ ਸਾਹਿਬ ਉਸ ਪੁਰਖ ਦੀ ਗੱਲ ਕਰਦੇ ਹਨ ਜਿਹੜਾ ਬਾਹਰੋਂ ਵੈਸ਼ਨੂੰ ਬਣ ਕੇ ਇੱਕ ਧਰਮ ਦਾ ਭੇਖ ਤੇ ਵਿਖਾਵਾ ਕਰਕੇ ਤੇ ਹੱਥ 'ਚ ਮਾਲਾ ਲੈ ਕੇ ਇਹ ਦਾਅਵਾ ਕਰ ਰਿਹਾ ਕਿ ਅਸੀਂ ਬੜੇ ਵੈਸ਼ਨੂੰ ਆ ਜੀ, ਅਸੀਂ ਸਾਰਾ ਕੁਝ ਛੱਡਿਆ ਹੈ। ਤੇ ਅਕਸਰ ਹੁੰਦਾ ਕੀ ਹੈ, ਬਾਹਰੋਂ ਲੋਕ ਵਿਖਾਵਾ ਕਰਦੇ ਹਨ ਪਰ ਅੰਦਰੋਂ ਪਕੜ ਉਸੇ ਤਰ੍ਹਾਂ ਹੁੰਦੀ ਹੈ। ਇਹਨੂੰ ਗੁਰੂ ਬਾਣੀ 'ਚ ਕਹਿੰਦੇ ਦੇਸ਼ ਛੋੜ ਪਰਦੇਸੇ ਧਾਇਆ ਪੰਚ ਚੰਡਾਲ ਨਾਲੇ ਲੈ ਆਇਆ। ਘਰ ਭਾਵੇਂ ਛੱਡ ਦਿੱਤਾ ਪਰ ਥਰੀ ਘਰ ਛੱਡ ਕੇ ਜੰਗਲ ਵਾਲੇ ਪਾਸੇ ਤੁਰ ਪਿਆ ਜੀ। ਇਹ ਸਭ ਮੋਹ ਮਮਤਾ ਰਾਜ ਭਾਗ ਛੱਡੋ। ਰਾਹ 'ਚ ਜਾਂਦਿਆਂ ਲਾਲ ਰੰਗ ਦੀ ਕੋਈ ਚਮਕਦੀ ਚੀਜ਼ ਦਿਸੀ, ਅੰਦਰ ਲੋਭ ਸੀ। ਇੱਕਦਮ ਭੱਜ ਕੇ ਹੱਥ ਪਾਇਆ, ਕਿਸੇ ਨੇ ਪਾਨ ਖਾ ਕੇ ਥੁੱਕਿਆ ਸੀ ਤੇ ਚੰਦਰਮਾ ਦੀ ਚਾਂਦਨੀ ਕਰਕੇ ਉਹ ਚਮਕ ਰਿਹਾ ਸੀ। ਹੱਥ ਲਿਬੜ ਗਿਆ। ਫਿਰ ਆਪਣੇ ਆਪ ਤੇ ਫਿਟਕਾਰਾਂ ਪਾਵੇ ਮਨਾ। ਇੱਕ ਪਾਸੇ ਰਾਜ ਭਾਗ ਨੂੰ ਠੋਕਰ ਮਾਰ ਕੇ ਆ ਗਿਆ, ਦੂਜੇ ਪਾਸੇ ਗੰਦਗੀ 'ਚ ਹੱਥ ਲਪੇਟਦਾ। ਕਾਰਨ ਕੀ ਹੈ? ਬਾਹਰੋਂ ਕਈ ਵਾਰ ਚੀਜ਼ਾਂ ਛੱਡਣੀਆਂ ਛੱਡ ਦਿੰਦਾ ਹੈ ਬੰਦਾ,
ਪਰ ਅੰਦਰੋਂ ਪਕੜ ਨਹੀਂ ਛੱਡੀ ਜਾਂਦੀ ਹੈ। ਜਿਹਦੇ ਕੋਲ ਪਦਾਰਥ ਨੇ ਉਹ ਪਦਾਰਥ ਕੋਲ ਹੋਣ ਦਾ ਹੰਕਾਰ ਕਰਦਾ ਹੈ, ਤੇ ਜਿਹਨੇ ਛੱਡਿਆ ਕੁਝ ਦਾਨ ਕੀਤਾ ਉਹ ਫਿਰ ਦਾਨ ਦਾ ਹੰਕਾਰ ਕਰਦਾ। ਜੀ ਅਸੀਂ ਤੇ ਇੰਨਾ ਦਾਨ ਕੀਤਾ, ਅਸੀਂ ਆਹ ਚੀਜ਼ ਦਾਨ ਕੀਤੀ, ਮੇਰੀ ਹਰ ਚੀਜ਼ ਤੇ ਮੇਰਾ ਨਾਮ ਵੀ ਲਿਖ ਦਵੋ। ਉਹ ਕੀ ਹੈ? ਬਾਹਰੋਂ ਪਦਾਰਥ ਛੱਡਿਆ, ਅੰਦਰੋਂ ਪਕੜ ਨਹੀਂ ਛੱਡੀ। ਕਬੀਰ ਸਾਹਿਬ ਕਹਿੰਦੇ, ਕਬੀਰ ਵੈਸ਼ਨੂੰ ਹੁਆ ਤਾਂ ਕਿਆ ਭਇਆ, ਮਾਲਾ ਮੇਲੀ ਚਾਰ, ਬਾਹਰ ਕੰਚਨ ਬਾਰਹਾ, ਭੀਤਰ ਭਰੀ ਅੰਗਾਰ। ਕਹਿੰਦੇ ਬਾਹਰੋਂ ਤੇ ਸੋਨੇ ਦੀ ਤਰ੍ਹਾਂ ਬੜੀ ਚਮਕ ਹੈ, ਦਿਸ ਰਿਹਾ ਹੈ ਕਿ ਬੜਾ ਸ਼ੁੱਧ ਹੈ, ਬੜਾ ਚਿੱਟੇ ਸੋਹਣੇ ਕੱਪੜੇ ਪਹਿਨੇ ਹੋਏ ਹਨ, ਪਰ ਅਸਲ ਦੇ ਵਿੱਚ ਅੰਦਰ ਖੋਟ ਹੀ ਖੋਟ ਹੈ, ਕਿਉਂਕਿ ਅੰਦਰ ਦੇ ਕਰਮ ਨਿਰਮਲ ਨਹੀਂ ਹਨ, ਬਿਰਤੀ ਨਿਰਮਲ ਨਹੀਂ ਹੈ। ਮਹਾਰਾਜ ਕਹਿੰਦੇ ਵੈਸ਼ਨੂੰ ਕੌਣ ਹੈ? ਕਰਮ ਕਰਤ ਹੋਵੈ ਨਿਹਕਰਮ, ਤਿਸ ਵੈਸ਼ਨੂੰ ਕਾ ਨਿਰਮਲ ਧਰਮ। ਉਹ ਹੈ ਉੱਚੇ ਸੁੱਚੇ ਨਿਰਮਲ ਧਰਮ ਤੇ ਕਰਮ ਵਾਲਾ ਵੈਸ਼ਨੂੰ, ਜਿਹੜਾ ਕਰਮ ਕਰਦਿਆਂ ਹੋਇਆਂ ਵੀ ਨਿਹਕਰਮੀ ਬਿਰਤੀ ਹੈ, ਜਿਹੜਾ ਅੰਦਰੋਂ ਤੇ ਬਾਹਰੋਂ ਸ਼ੁੱਧ ਤੇ ਚਿੱਟਾ ਹੋ ਗਿਆ। ਉਹ ਹੈ ਅਸਲੀ ਪਰਮਾਤਮਾ ਦਾ ਭਗਤ, ਪਰਮਾਤਮਾ ਦਾ ਪਿਆਰਾ। ਇੱਦਾਂ ਕਬੀਰ ਸਾਹਿਬ ਜੀ ਫਿਰ ਇਹ ਵੱਖ-ਵੱਖ ਸਲੋਕਾਂ ਦੇ ਰਾਹੀਂ ਗੁਰਮਤਿ ਦੀਆਂ ਵਿਚਾਰਾਂ, ਗੁਰਮਤਿ ਦੇ ਸਿਧਾਂਤ ਸਾਡੀ ਝੋਲੀ ਪਾ ਰਹੇ ਨੇ। ਗੁਰੂ ਕਿਰਪਾ ਕਰੇ ਇਹ ਗੁਰੂ ਕੀ ਬਾਣੀ ਦੀ ਵਿਚਾਰ ਸਾਡੇ ਹਿਰਦੇ 'ਚ ਵਸੇ, ਗੁਰਮਤਿ ਸਿਧਾਂਤਾਂ ਦੇ ਧਾਰਨੀ ਬਣ ਕੇ ਗੁਰੂ ਦੀਆਂ ਖੁਸ਼ੀਆਂ ਲਈਏ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ